ਕੀ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਵਰਲਡ ਕਲਾਸ ਐਜੂਕੇਸ਼ਨ ਦੇ ਨਾਲ ਸਟੂਡੈਂਟਸ ਨੂੰ ਦਿੰਦਾ ਹੈ 35% ਤੱਕ ਸਕਾਲਰਸ਼ਿਪ ਅਮਾਉਂਟ ਜੋ ਤੁਹਾਨੂੰ ਬਚਾਉਂਦਾ ਹੈਗਾ 5 ਲੱਖ ਰੁਪਏ ਮਿਨੀਮਮ ਸਾਲਾਨਾ। ਤਾਂ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਲਈ ESS ਗਲੋਬਲ ਦੀ ਐਕਸਪਰਟ ਟੀਮ ਨੂੰ ਹੁਣੇ ਕੰਟੈਕਟ ਕਰੋ 90419 90419। गल आस्ट्रेलिया की करन जा रहे हैं जी। पिछले हफ्ते कुछ चेंजिस जो है रूल्स विच आए ने, पूरी जानकारी तुहाडे नाल अज सांझी करन जा रहे हैं कि आखिर इन्हां चेंजिस दे नाल आस्ट्रेलिया स्टडी वीज़ा के उपर किस तरह का असर पै सकता है। सो स्टूडेंट्स लिए बहुत ही खास जानकारी रहने वाली है, इसलिए सारा शो तुसी शुरू तो अखीर तक ध्यान नाल वेखना ते सुनना। तुसी सत श्री अकाल जी, मैं हाँ हरजोत कौर ते तुसी वेख रहे हो तुहाडा अपना मनपसंद इमीग्रेशन शो उडारी विदेशा नूं ते अज सारी इन्फॉर्मेशन तुहाडे नाल सांझी करनगे ESS ग्लोबल तो वीज़ा एक्सपर्ट मिस्टर रोहित सेठी जी साडे नाल ने। बहुत बहुत स्वागत है सर, सत श्री अकाल। थैंक यू मैम। एंड साडे नाल जुड़े सारे दर्शकों नूं मेरे वालों ते ESS की पूरी टीम वालों प्यार भरे सत श्री अकाल जी। सर आस्ट्रेलिया की जब ਆਪਾਂ ਗੱਲ ਕਰਦੇ ਹਾਂ ਥੋੜੇ ਸਮੇਂ ਬਾਅਦ ਕੁਝ ਨਾ ਕੁਝ ਚੇਂजेस ਸਾਹਮਣੇ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਵਿੱਚ ਹੀ ਜ਼ਰੂਰ ਤੁਹਾਡੇ ਤੋਂ ਪੂਰੀ ਰਾਈਟ ਇਨਫੋਰਮੇਸ਼ਨ ਸਟੂਡੈਂਟਸ ਤੱਕ ਪਹੁੰਚਾਉਣਾ ਚਾਹਾਂਗੇ ਜਿਹੜੇ ਲਾਸਟ ਹਫਤੇ ਹੁਣ ਕੁਝ ਚੇਂजेस ਆਏ ਨੇ। ਬਿਲਕੁਲ ਜੀ, ਤੁਸੀਂ ਸ਼ੁਰੂਆਤ ਹੀ ਬੜੀ ਇਸ ਤਰੀਕੇ ਨਾਲ ਕੀਤੀ that ਆਸਟ੍ਰੇਲੀਆ ਚੇਂजेस ਕਰਦਾ ਰਹਿੰਦਾ ਜੀ। ਆਸਟ੍ਰੇਲੀਆ ਇੱਕ ਇਹੋ ਜਿਹਾ ਕੰਟਰੀ ਹੈ ਜੋ ਐਜ਼ ਅ ਕੰਸਲਟੈਂਟ ਸਾਨੂੰ ਸਮਝ ਨਹੀਂ ਆਉਂਦੀ ਕਦੇ ਰੋਣਾ ਚਾਹੀਦਾ ਜਾਂ ਹੱਸਣਾ ਚਾਹੀਦਾ। ਸਵੇਰੇ ਇੱਕ ਨਿਊਜ਼ ਆਉਂਦੀ ਹੈ, ਦੁਪਹਿਰੇ ਦੂਸਰੀ ਨਿਊਜ਼ ਆ ਜਾਂਦੀ ਹੈ। ਵੈਲ ਲਾਸਟ ਵੀਕ ਆਈਲ ਸੇ ਬਹੁਤ ਵੱਡਾ ਚੇਂਜ ਜਿਹੜਾ ਅਨਾਊਂਸ ਹੋਇਆ ਫਰਮ ਦਾ ਮਿਨਿਸਟਰ ਇਨ ਆਸਟ੍ਰੇਲੀਆ, ਜਿਹੜਾ ਫੋਕਸ ਕਰਦਾ ਹੈ ਪੂਰੇ ਦੇ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ। ਇਮੀਗ੍ਰੇਸ਼ਨ ਮਾਈਗ੍ਰੇਸ਼ਨ ਜਿੱਥੇ ਇਹ ਬਾਹਰਲੇ ਦੇਸ਼ਾਂ ਦੇ ਬੰਦਿਆਂ ਨੂੰ ਆਪਣੇ ਦੇਸ਼ ਦੇ ਵਿੱਚ ਪੱਕੇ ਕਰਦੇ ਨੇ ਬੇਸਿਕਲੀ, ਉਹ ਚਾਹੇ ਤੁਹਾਡਾ ਆਫਸ਼ੋਰ ਇਮੀਗ੍ਰੇਸ਼ਨ ਹੈ ਜਾਂ ਔਨਸ਼ੋਰ ਇਮੀਗ੍ਰੇਸ਼ਨ ਹੈ ਜਿੱਥੇ ਇੱਕ ਸਟੂਡੈਂਟ ਕੁਆਲੀਫਾਈ ਕਰਕੇ ਪਹੁੰਚਦਾ ਹੈ ਔਰ ਟੂਰਿਸਟ ਵੀਜ਼ਾ ਵੇਰੀਅਸ ਰੂਟਸ ਰਾਹੀਂ ਇਮੀਗ੍ਰੇਸ਼ਨ ਦੇ ਪਹੁੰਚਦਾ। ਤਾਂ ਜਿਹੜਾ ਬਦਲਾਵ ਹੈ ਉਹ ਇਸ ਸਾਲ ਦੇ ਅਖੀਰ ਤੱਕ ਦੇ ਸੇ ਇਟ ਵਿਲ ਬੀ ਇੰਪਲੀਮੈਂਟਡ, ਵੇਅਰਐਜ਼ ਉਹਨਾਂ ਨੇ ਮਨ ਬਣਾ ਲਿਆ ਉਹ ਬਦਲਾਵ ਨੂੰ ਲਿਆ ਕੇ ਹਰੇਕ ਪਾਸਿਓਂ ਇਮੀਗ੍ਰੇਸ਼ਨ ਨੂੰ ਜ਼ਿਆਦਾ ਫਲੈਕਸੀਬਲ ਕਰਨ ਦਾ, ਜ਼ਿਆਦਾ ਚੰਗਾ ਕਰਨ ਦਾ। ਹੁਣ ਉਹਦੇ ਵਿੱਚ ਇੱਕ ਸਟੂਡੈਂਟ ਵੀਜ਼ਾ ਜਿਹੜਾ ਹੈ ਜਾਂ ਸਟੂਡੈਂਟ ਹੈ ਬੇਸਿਕਲੀ ਉਹਨਾਂ ਦੇ ਇਸ ਪੂਰੇ ਸਿਸਟਮ ਦੇ ਵਿੱਚ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਪੂਰੇ ਦੇ ਪੂਰੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ। ਉਹਨਾਂ ਨੇ ਕੁਝ 6 ਪੁਆਇੰਟਰ ਆਪਣੇ ਤਕਰੀਬਨ ਦੱਸੇ ਨੇ ਆਪਣੇ ਇਮੀਗ੍ਰੇਸ਼ਨ ਰਿਫਾਰਮ ਦੇ ਵਿੱਚ ਦੈਟ ਉਹ ਪੁਆਇੰਟਾਂ ਦੇ ਉੱਤੇ ਦੇ ਵਿਲ ਬੀ ਵਰਕਿੰਗ ਔਨ ਐਂਡ ਜਿਹਦੇ ਤੱਕ ਕਿ ਵੀਜ਼ਾ ਐਂਡ ਜਿਹੜਾ ਬੰਦਾ ਪਹਿਲੇ ਦਿਨ ਤੋਂ ਆਸਟ੍ਰੇਲੀਆ ਦਾ ਸਟੂਡੈਂਟ ਆ ਰਿਹਾ ਉਹ PR ਤੱਕ ਦਾ ਸਫ਼ਰ ਇੱਕ ਤਰੀਕੇ ਨਾਲ ਪੂਰਾ ਕਰੇ ਅਤੇ ਲੰਬੇ 8 ਸਾਲ 7 ਸਾਲ ਦੀ ਜਿਹੜੀ ਜਰਨੀ ਹੈ ਉਹਨੂੰ ਘਟਾ ਦਿੱਤਾ ਜਾਵੇ। ਫਿਰ ਚਾਹੇ ਉਹ ਕੁਆਲੀਫਾਈਡ ਵਾਲਾ ਬੰਦਾ ਹੈਗਾ ਜਾਂ ਨਾਨ ਕੁਆਲੀਫਾਈਡ ਬੰਦਾ ਹੈਗਾ। ਅਤੇ ਪੂਰੇ ਦੇ ਪੂਰੇ ਰਿਫਾਰਮ ਦੇ ਵਿੱਚ ਮੇਰੀ ਨਿਗਾਹ ਨਾਲ ਜੋ ਮੈਂ ਪੜ੍ਹਿਆ ਔਰ ਵਟ ਆਈ ਟਰਾਂਸਲੇਟ ਇਹ ਐਡਵਾਂਟੇਜ ਰਹੇਗਾ ਹਰੇਕ ਉਹ ਸਟੂਡੈਂਟ ਨੂੰ ਜੋ ਆਸਟ੍ਰੇਲੀਆ ਬੈਠਾ ਜਾਂ ਇੱਥੋਂ ਜਾਣ ਦੀ ਪਲੈਨਿੰਗ ਕਰਦਾ ਪਿਆ ਹੈਗਾ। जी बिल्कुल। सो ये बहुत ही खास गल्लां जो स्टूडेंट्स ਨੂੰ ਸਮਝਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਰ ਇੱਥੇ ਸਵਾਲ ਇਹ ਵੀ ਆ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਦੇ ਚੇਂजेस ਕਰਨੇ ਕਿਉਂ ਪਏ ਆਸਟ੍ਰੇਲੀਆ ਐਮਬੈਸੀ ਨੂੰ। ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਚੇਂजेस ਹੈ ਇਹਦਾ ਸੋਰਸ ਕੀ ਹੈ। ਬਹੁਤ ਸਾਰੇ ਜੇ ਆਪਾਂ ਟੈਂਪਰੇਰੀ ਵੀਜ਼ਾ ਹੋਲਡਰ ਇੱਕ ਕਰਕੇ ਉੱਥੇ ਇੱਕ ਵਰਡ ਵਰਤਿਆ ਜਾਂਦਾ ਦੈਟ ਮੀਨ ਐਨੀ ਬੰਦਾ ਜਿਹੜਾ ਉੱਥੇ ਟੂਰਿਸਟ ਵੀਜ਼ੇ 'ਤੇ ਹੈ, ਵਰਕਿੰਗ ਹੌਲੀਡੇ 'ਤੇ ਹੈ, ਸਟੂਡੈਂਟ 'ਤੇ ਹੈ, ਉਹ ਟੈਂਪਰੇਰੀ ਵੀਜ਼ਾ ਹੋਲਡਰ ਹੈ। ਉਹਦੀ ਵੋਲਿਊਮ ਜਿਹੜੀ ਹੈ ਉਹਦੀ ਗਿਣਤੀ ਜਿਹੜੀ ਹੈ ਹਰ ਸਾਲ ਵੱਧਦੀ ਪਈ ਹੈ ਜੋ ਅੱਗੇ PR ਵਾਲੇ ਪਾਸੇ ਨਹੀਂ ਜਾ ਰਿਹਾ। ਹੁਣ ਉੱਥੇ ਗੈਪ ਦੇਖੋ ਕਿੱਡਾ ਵੱਡਾ ਹੈ। PR ਦੈਟ ਮੀਨਸ ਵਰਕਫੋਰਸ ਜਿਹੜੀ ਉਹਨਾਂ ਨੂੰ ਚਾਹੀਦੀ ਹੈ ਉੱਥੇ ਕੰਮ ਕਰਨ ਵਾਸਤੇ, ਕਿਉਂਕਿ ਕੁਛ ਆਕੂਪੇਸ਼ਨ ਕੁਛ ਪ੍ਰੋਫੈਸ਼ਨਸ PR ਨੂੰ ਇੱਕ ਵਾਧਾ ਦਿੰਦੇ ਨੇ ਪੂਰੇ ਦੇ ਪੂਰੇ ਪੋਰਟਫੋਲੀਓ ਦੇ ਵਿੱਚ। ਹੁਣ ਟੈਂਪਰੇਰੀ ਵੀਜ਼ਾ ਹੋਲਡਰ ਕਿਉਂਕਿ ਉਹਨਾਂ ਦੀ ਲਿਮਿਟੇਸ਼ਨ ਆ ਜਾਂਦੀ ਹੈ, ਉਹ ਕੰਮ ਨਹੀਂ ਕਰ ਪਾਉਂਦੇ ਕਿਸੇ ਨਾ ਕਿਸੇ ਕਾਰਨ ਕਰਕੇ, ਲੈਕ ਆਫ ਅਥਾਰਟੀ, ਲੈਕ ਆਫ ਪਾਵਰ ਜਾਂ ਗੈਪ ਜਿਹੜੇ ਦੋਨਾਂ ਟੈਂਪਰੇਰੀ ਐਂਡ PR ਵੀਜ਼ਾ ਹੋਲਡਰਸ ਦੇ ਵਿੱਚ ਹੁੰਦਾ। ਉਸ ਚੀਜ਼ ਨੂੰ ਐਡਰੈਸ ਕਰਦੇ ਹੋਏ ਉਹਨਾਂ ਨੇ ਜਿਹੜੀ ਆ ਫਾਸਟ ਟਰੈਕ ਪਾਈਪਲਾਈਨ ਜਿਹੜੇ ਇੰਟਰੋਡਿਊਸ ਕਰਨਗੇ ਐਂਡ ਦੇ ਵਿਲ ਮੇਕ ਸ਼ੋਰ ਉੱਥੇ ਜਿਹੜਾ ਟੈਂਪਰੇਰੀ ਵੀਜ਼ਾ ਹੋਲਡਰ ਹੈ ਉਹ ਘੱਟੋ ਘੱਟ ਰਹੇ, ਕਿਉਂਕਿ ਜਿਹੜਾ ਟੈਂਪਰੇਰੀ ਵੀਜ਼ਾ ਹੋਲਡਰ ਵੱਧ ਰਿਹਾ ਹੈ ਦੈਟ ਮੀਨ ਉਹ ਪਰਮਾਨੈਂਟ ਤੌਰ 'ਤੇ ਆਸਟ੍ਰੇਲੀਆ 'ਚ ਨਹੀਂ ਹੈ, ਉਹ ਅੱਜ ਨਹੀਂ ਤਾਂ ਕੱਲ੍ਹ ਉੱਥੋਂ ਵਾਪਸ ਭੇਜ ਦਿੱਤਾ ਜਾਏਗਾ ਜਾਂ ਵਾਪਸ ਆ ਜਾਏਗਾ ਜੀ। ਅਤੇ ਉਹਨਾਂ ਦੀ ਜੋਬ ਮਾਰਕੀਟ ਦਾ ਗੈਪ ਹਮੇਸ਼ਾ ਹੀ ਉਸ ਤਰੀਕੇ ਨਾਲ ਬਣਿਆ ਰਹੇਗਾ। ਤਾਂ ਆਹ ਜਿਹੜੇ ਮੀਨਸ ਹੈ ਉਹ ਟੈਂਪਰੇਰੀ ਵੀਜ਼ਾ ਹੋਲਡਰ ਨੂੰ ਆਪਣੀ ਡੈਸਟੀਨੇਸ਼ਨ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਇੱਕ ਕਾਰਨ ਬਣਿਆ ਜਾਂ ਬਣੂਗਾ ਦੈਟ ਤੁਸੀਂ ਛੇਤੀ ਪੱਕੇ ਹੋ ਕੇ ਜੋਬ ਮਾਰਕੀਟ ਦੇ ਵਿੱਚ ਆਓ, ਉਹ ਕੰਮ ਕਰੋ ਜੋ ਤੁਹਾਨੂੰ ਐਕਚੁਅਲ ਦੇ ਵਿੱਚ ਤੁਸੀਂ ਕਰਦੇ ਵੀ ਪਏ ਹੋ ਜਾਂ PR ਹੋਣ ਤੋਂ ਬਾਅਦ ਕਰ ਸਕਦੇ ਹੋ।
ਜੀ ਜੀ ਬਿਲਕੁਲ। ਤੇ ਪਰ ਜਦੋਂ ਆਪਾਂ ਇਹਨਾਂ ਸਾਰੇ ਚੇਂजेस ਦੀ ਗੱਲ ਕਰਦੇ ਹਾਂ ਲਗਾਤਾਰ ਸਟੂਡੈਂਟ ਸੁਣਦੇ ਵੀ ਨੇ, ਪਰ ਉਹਨਾਂ ਦਾ ਸਵਾਲ ਤਾਂ ਬੇਸਿਕਲੀ ਇਹੀ ਹੁੰਦਾ ਹੈ ਕਿ ਸਟੂਡੈਂਟਸ ਦੇ ਉੱਪਰ ਇਹਨਾਂ ਚੇਂजेस ਦਾ ਕੀ ਇੰਪੈਕਟ ਪੈ ਸਕਦਾ ਹੈ, ਕੀ ਅਸਰ ਪਏਗਾ। ਸੋ ਸਟੂਡੈਂਟਸ ਨੂੰ ਵੀ ਨਾਲ ਅੱਗੋਂ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਏਗਾ। ਦੇਖੋ, ਜਿਹੜਾ ਸਟੂਡੈਂਟ ਹਜੇ ਸਿਰਫ ਆਸਟ੍ਰੇਲੀਆ ਨੂੰ ਇੱਕ ਬੈਕਡੋਰ ਦੀ ਐਂਟਰੀ ਸਮਝਦਾ ਸੀਗਾ, ਉਹਨਾਂ ਵਾਸਤੇ ਤਾਂ ਇਹ ਬੜੀ ਪ੍ਰੋਬਲਮ ਹੋ ਗਈ ਹੈ। ਪ੍ਰੋਬਲਮ ਕਿਉਂ ਹੋ ਗਈ ਹੈ? ਕਿਉਂਕਿ ਉਹਨਾਂ ਨੇ ਇਹ ਕਲੀਅਰਲੀ ਡਿਫਾਈਨ ਕੀਤਾ ਹੈ, ਜੇ ਅਸੀਂ ਆਪਣੇ ਵਾਲੇ ਸਿਸਟਮ ਨੂੰ ਕੁਆਲਿਟੀ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਸਾਨੂੰ ਪਤਾ ਹੈ ਐਜ਼ ਅ ਨੇਸ਼ਨ ਦੈਟ ਸਾਡਾ ਨੰਬਰ ਘਟੇਗਾ। ਹਾਊਐਵਰ ਇਹ ਬਾਕੀ ਸਾਰੇ ਬੱਚਿਆਂ ਵਾਸਤੇ ਜਿਹੜਾ ਜੈਨੂਇਨ ਤਰੀਕੇ ਨਾਲ ਪੜ੍ਹ ਕੇ ਪੱਕਾ ਹੋਣਾ ਚਾਹੁੰਦਾ ਹੈ, ਉਹਦੇ ਲਈ ਰਾਹ ਪੂਰੇ ਦੇ ਪੂਰੇ ਖੋਲ੍ਹ ਦੇਗਾ। ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਜਿਹੜੇ ਰਿਫਾਰਮਸ ਦੀ ਮੈਂ ਗੱਲ ਕਰ ਰਿਹਾ ਸੀਗਾ, ਉਹਦੇ ਵਿੱਚ ਇੱਕ ਇਹੋ ਜਿਹਾ ਰਿਫਾਰਮ ਵੀ ਹੈ, ਦਿਲ ਬੀ ਸ਼ਾਰਟਲਿਸਟਿੰਗ ਸਰਟਨ ਪ੍ਰੋਗਰਾਮਸ, ਕੁਝ ਕੋਰਸਿਸ ਨੂੰ ਸ਼ਾਰਟਲਿਸਟ ਕਰਨਗੇ ਜਿਨ੍ਹਾਂ ਦੀ ਸਿੱਧਾ PR ਹੋਏਗੀ ਆਫਟਰ ਪੜ੍ਹਾਈ। ਦੈਟ ਮੀਨ ਉਹ ਪੋਸਟ ਸਟੱਡੀ ਵਰਕ ਵੀਜ਼ੇ ਦੇ ਝੰਜਟ 'ਚ ਜਾਣਗੇ ਹੀ ਨਹੀਂ। ਤਾਂ ਉਹ ਆਕੂਪੇਸ਼ਨ ਜਿਹੜੇ ਬਹੁਤ ਜ਼ਿਆਦਾ ਡਿਮਾਂਡ 'ਚ ਹੋਣਗੇ, ਬਹੁਤ ਸਟਰੋਂਗ ਡਿਮਾਂਡ 'ਚ ਹੋਣਗੇ ਸਟੇਟ ਵਾਈਜ਼ ਜਾਂ ਫੈਡਰਲ ਉਹਦੇ ਲਿਸਟ ਦੇ ਵਿੱਚ ਪੂਰੇ ਨੇਸ਼ਨ ਦੀ, ਉਹਨੂੰ ਡਾਇਰੈਕਟ PR ਵਾਲੇ ਪਾਸੇ ਵੀ ਲਿਜਾਣ ਦਾ ਇੱਕ ਸਲਾਹ ਚੱਲਦੀ ਪਈ ਹੈ, ਜੋ ਕਿਤੇ ਨਾ ਕਿਤੇ ਅਗਲੇ 2-3 ਮਹੀਨਿਆਂ 'ਚ ਕਲੈਰਿਟੀ ਦੇ ਦੇਗਾ। ਸੈਕਿੰਡ, ਜਿਹੜਾ ਸਭ ਤੋਂ ਵੱਡਾ ਇੱਕ ਜਿਹੜਾ ਮੈਨੂੰ ਲੱਗਿਆ ਐਜ਼ ਅ ਕੰਸਲਟੈਂਟ, ਇੱਕ ਆਲਸ ਦਾ ਹੋਣਾ ਜ਼ਰੂਰੀ ਹੈ। ਉਹ ਕਹਿੰਦੇ ਸਾਡਾ ਸਿਸਟਮ ਪਹਿਲਾਂ ਬੱਚੇ ਨੂੰ ਇੱਥੇ ਲਿਆਉਣ ਲਈ ਆਲਸ ਕਰਾਉਂਦਾ ਹੈ, ਫਿਰ ਪੋਸਟ ਸਟੱਡੀ ਵਰਕ ਵੀਜ਼ੇ ਦੇਣ ਲਈ ਆਲਸ ਕਰਾਉਂਦਾ ਹੈ, ਫਿਰ PR ਲਈ ਆਲਸ ਕਰਾਉਂਦਾ ਹੈ, ਕਿਉਂਕਿ ਰਿਕੁਆਇਰਮੈਂਟ ਸਭ ਦੀ ਅਲੱਗ-ਅਲੱਗ ਹੈ। ਐਗਜ਼ਾਮਪਲ ਅਗੇਨ, ਇਹਦਾ ਫਰਦਰ ਐਗਜ਼ਾਮਪਲ, ਜੇ ਤੁਸੀਂ ਅੰਡਰ ਗ੍ਰੈਜੂਏਟ ਐਪਲੀਕੈਂਟ ਹੋ, ਤੁਹਾਨੂੰ 6 ਬੈਂਡ ਨਾਟ ਲੈਸ ਦੈਨ 5.5 ਚਾਹੀਦਾ ਅਕੈਡਮਿਕ ਦੇ ਵਿੱਚ। ਜੇ ਉਸ ਤੋਂ ਬਾਅਦ ਤੁਸੀਂ ਪੋਸਟ ਸਟੱਡੀ ਵਰਕ ਵੀਜ਼ਾ ਅਪਲਾਈ ਕਰਦੇ ਹੋ, ਫਿਰ ਤੁਹਾਨੂੰ ਚਾਹੀਦਾ ਓਵਰਆਲ 6, ਕੋਈ 5 ਤੋਂ ਘੱਟ ਨਹੀਂ। ਇਹ ਜਰਨਲ ਵੀ ਹੋ ਸਕਦਾ ਹੈ। ਤਾਂ ਉਹ ਡਿਸਕ੍ਰਿਪੈਂਸੀ ਆ ਗਈ, ਪਹਿਲਾਂ ਅਕੈਡਮਿਕ ਫਿਰ ਜਰਨਲ, ਸਕੋਰ ਵੀ ਉੱਪਰ ਨੀਚੇ। ਫਿਰ ਅਸੀਂ ਕਹਿੰਦੇ ਹਾਂ PR ਵਾਸਤੇ 7 ਬੈਂਡ ਲੈਣੇ ਪੈਂਦੇ ਜੀ। ਤੇ ਆ ਤਿੰਨੋਂ ਡਿਸਕਨੈਕਟ ਨੂੰ ਵਟ ਦੇ ਆਰ ਵਰਕਿੰਗ ਇਜ਼, ਇਹਨੂੰ ਸਿੰਕ ਕਰ ਦਿੱਤਾ ਜਾਵੇ। ਹੁਣ ਉਹ ਪਹਿਲਾ ਰਿਕੁਆਇਰਮੈਂਟ ਵਧਾਉਣਗੇ ਜਾਂ ਅਖੀਰਲਾ ਘਟਾਉਣਗੇ, ਇਹ ਤਾਂ ਟਾਈਮ ਹੀ ਦੱਸੇਗਾ। ਬਟ ਇਹ ਬਹੁਤ ਵੱਡਾ ਪ੍ਰਪੋਜ਼ਲ ਹੈ, ਜਿੱਥੇ ਬੱਚੇ ਨੂੰ ਇੰਗਲਿਸ਼ ਪਹਿਲਾਂ ਪ੍ਰੂਵ ਕਰਕੇ ਉਹ ਕਹਿੰਦਾ ਸ਼ੁਕਰ ਹੈ ਮੇਰਾ ਆਲਸ ਹੋਇਆ, ਮੈਂ ਆਸਟ੍ਰੇਲੀਆ ਜਾਣ ਜੋਗਾ ਹੋ ਗਿਆ। ਆਸਟ੍ਰੇਲੀਆ ਗਿਆ, ਫਿਰ ਕਹਿੰਦਾ ਚਲੋ 6 ਬੈਂਡ 5 ਤਾਂ ਲੈ ਹੀ ਲਵਾਂਗੇ ਇੱਕ 2 ਦੇ ਵਿੱਚ, ਤਾਂ ਕਿ ਮੇਰਾ ਵਰਕ ਪਰਮਿਟ ਆ ਜੂ। ਫਿਰ PR, ਫਿਰ ਟੈਨਸ਼ਨ ਬਣ ਜਾਂਦੀ ਹੈ 7 ਬੈਂਡ ਵਾਲੀ। ਤਾਂ ਉਹ ਕਿਤੇ ਨਾ ਕਿਤੇ ਉੱਪਰ ਨੀਚੇ ਹੁੰਦਾ ਰਹਿੰਦਾ, ਤੇ ਬੱਚਾ ਸਟੂਡੈਂਟ ਫੋਕਸ ਹੀ ਨਹੀਂ ਕਰ ਪਾਉਂਦਾ ਪੂਰੇ ਦੇ ਪੂਰੇ ਪ੍ਰੋਸੈਸ ਦੇ ਵਿੱਚ। ਤਾਂ ਫਿਰ ਕਈ ਕਹਿੰਦੇ ਆਸਟ੍ਰੇਲੀਆ ਬੰਦਾ ਪੱਕਾ ਨਹੀਂ ਹੁੰਦਾ, ਕਿਉਂਕਿ ਵੇਰੀਏਸ਼ਨ ਬਹੁਤ ਹੈਗੀ ਹੈ ਪੂਰੇ ਦੇ ਪੂਰੇ ਪ੍ਰੋਸੈਸ 'ਚ। ਇਹ ਵੀ ਰეკਮੈਂਡੇਸ਼ਨ ਦੇ ਵਿੱਚ ਆਇਆ ਵੀ ਇਹਨੂੰ ਇੱਕ ਪਾਈਪਲਾਈਨ ਕਰ ਦਿਓ, ਤਾਂ ਕਿ ਸਟੂਡੈਂਟ ਪਹਿਲੇ ਦਿਨ ਤੋਂ ਤੁਹਾਡੇ ਲਈ ਫਿੱਟ ਹੋਵੇ ਅਗਲੇ ਸਬ ਕਲਾਸ ਲਈ ਜਾਣ ਵਾਸਤੇ। ਤਾਂ ਇਹੋ ਜਿਹੇ ਬਹੁਤ ਸਾਰੇ ਰਿਫਾਰਮਸ ਹੈ ਜਿਹੜਾ ਕਿ ਸਟੂਡੈਂਟ ਐਡਵਾਂਟੇਜ ਲੈ ਸਕਦਾ ਹੈ, ਜੇ ਉਹਨੂੰ ਸਮਝ ਕੇ ਚੱਲੇਗਾ। ਜੇ ਪੁਰਾਣੇ ਸਿਸਟਮ ਨਾਲ ਹੀ ਚੱਲੇਗਾ, ਜੋ ਅਗੇਨ 2-3 ਮਹੀਨਿਆਂ 'ਚ ਉਮੀਦ ਹੈ ਖਤਮ ਹੋ ਜਾਏਗਾ, ਨਿਊ ਸਿਸਟਮ ਵਿਲ ਕਮ ਇਨ ਪਲੇਸ। ਤਾਂ ਉਹ ਨਿਊ ਸਿਸਟਮ ਇਜ਼ ਫॉर ਦੋਜ਼ ਨਿਊ ਸਟੂਡੈਂਟ ਜਿਹੜੇ ਇੱਕ ਨਵਾਂ ਫਰੈਸ਼ ਸਟਾਰਟ ਕਰਨਾ ਚਾਹੁੰਦੇ ਆ ਪੂਰੇ ਦੇ ਪੂਰੇ ਆਸਟ੍ਰੇਲੀਆ ਦੀ ਜਰਨੀ ਨੂੰ। ਨਾ ਕਿ ਕੋਈ ਰੈਫਰੈਂਸ ਗਾਈਡ ਲੈਣਗੇ ਆਪਣੇ ਹਿਸਟਰੀ ਤੋਂ, ਜਿਹੜਾ ਉਹਨਾਂ ਦਾ ਫਰੈਂਡ ਗਿਆ ਹੋਇਆ ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਕੋਈ ਦੋਸਤ ਮਿੱਤਰ ਗਿਆ ਸੀਗਾ, ਉਹ ਸਾਰੇ ਰੈਫਰੈਂਸ ਖਤਮ ਹੋ ਜਾਣੇ ਅਗਲੇ 2-3 ਮਹੀਨਿਆਂ ਵਿੱਚ ਹੀ। ਜੀ ਬਿਲਕੁਲ। ਤੇ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡਾ ਆਪਣਾ ਕੋਈ ਸਵਾਲ ਹੈ, ਤੁਸੀਂ ਆਸਟ੍ਰੇਲੀਆ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਹਾਲੇ ਪ੍ਰੋਫਾਈਲ ਨੂੰ ਲੈ ਕੇ ਤੁਹਾਨੂੰ ਕੋਈ ਡਾਊਟ ਨੇ, ਸਮਝ ਨਹੀਂ ਆ ਰਿਹਾ ਕਿਵੇਂ ਅਪਲਾਈ ਕਰੀਏ, ਜ਼ਰੂਰ ਇਹ ਜਿਹੜਾ ਨੰਬਰ ਡਿਸਪਲੇ ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ESS ਗਲੋਬਲ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਰਾਹ ਤੇ ਤੁਰਦਿਆਂ ਹੋਇਆ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੋ, ਸਾਰੀ ਬ੍ਰਾਂਚਿਸ ਦੀ ਐਡਰੈਸ ਡਿਟੇਲ ਵੀ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਹਾਨੂੰ ਜਿੱਥੇ ਨੇੜੇ ਲੱਗੇ, ਈਜ਼ੀ ਲੱਗੇ, ਆਪਣੀ ਡਾਕੂਮੈਂਟ ਜ਼ਰੂਰ ਲੈ ਕੇ ਆਓ। ਸੋ ਸਰ, ਆਪਾਂ ਚੇਂजेस ਦੀ ਗੱਲ ਕਰ ਚੁੱਕੇ ਹਾਂ, ਤੇ ਇਹਨਾਂ ਸਭ ਚੇਂजेस ਦੇ ਨਾਲ ਅੱਗੋਂ ਅਗਰ ਆਪਾਂ ਅਪਕਮਿੰਗ ਇਨਟੇਕਸ ਦੀ ਗੱਲ ਕਰਦੇ ਹਾਂ, ਤਾਂ ਫਿਰ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਦਾ ਕਿਸ ਤਰ੍ਹਾਂ ਦਾ ਆਪਾਂ ਫਿਊਚਰ ਹੁਣ ਸਮਝ ਸਕਦੇ ਹਾਂ। ਤੁਸੀਂ ਐਜ਼ ਅ ਕੰਸਲਟੈਂਟ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹੋ, ਕਈ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਹੋ, ਇਹ ਚੇਂजेस ਵੀ ਤੁਸੀਂ ਲਗਾਤਾਰ ਦੇਖਦੇ ਹੋ ਜੋ ਕੰਟਰੀਜ਼ ਕਰਦੀਆਂ ਨੇ। ਹੁਣ ਫਿਲਹਾਲ ਦੀ ਸਥਿਤੀ ਕਿਵੇਂ ਦੀ ਲੱਗ ਰਹੀ ਹੈ? ਜੁਲਾਈ ਇਨਟੇਕ ਬਹੁਤ ਹੀ ਜ਼ਿਆਦਾ ਸਲੋ ਹੋਏਗਾ, ਇਹ ਪੱਕਾ ਹੈ। ਜਿਹੜੇ ਬੱਚੇ ਸਟੂਡੈਂਟ ਜੁਲਾਈ ਇਨਟੇਕ ਦੇ ਪ੍ਰੋਸੈਸ ਦੇ ਵਿੱਚ ਹੈ ਤੇ ਕੁਝ ਚੁਣਿੰਦਾ ਯੂਨੀਵਰਸਿਟੀ 'ਚ ਅਪਲਾਈ ਕੀਤਾ ਹੋਇਆ, ਉਹ ਆਪਣੇ ਏਜੰਟ ਨਾਲ ਐਜ਼ ਸੂਨ ਐਜ਼ ਪੋਸੀਬਲ ਇਨ ਟੱਚ ਹੋਣ, ਕਿਉਂਕਿ ਪਿਛਲੇ 4 ਦਿਨਾਂ ਦੇ ਵਿੱਚ ਵੈਸਟਰਨ ਸਿਡਨੀ ਯੂਨੀਵਰਸਿਟੀ, ਜਿਨ੍ਹਾਂ ਦਾ ਕੈਂਪਸ ਮੈਲਬਨ ਵਿੱਚ ਵੀ ਹੈਗਾ ਐਂਡ ਸਿਡਨੀ ਦੇ ਵਿੱਚ ਵੀ ਹੈਗਾ, ATMC ਫੈਡਰੇਸ਼ਨ ਯੂਨੀਵਰਸਿਟੀ ਜਿਹੜਾ ਕਿ ਮੈਲਬਨ ਵਿੱਚ ਹੈਗਾ ਕੈਂਪਸ, ਐਂਡ ਕਪਲ ਆਫ ਮੋਰ ਪਲੇਸਿਸ। ਉਸ ਤੋਂ ਬਾਅਦ ਤੁਹਾਡਾ ਕੈਪਲਨ ਬਿਜ਼ਨਸ ਸਕੂਲ, ਇਹਨਾਂ ਦੇ ਮਲਟੀਪਲ ਕੈਂਪਸ ਨੇ। ਇਹ 3 ਯੂਨੀਵਰਸਿਟੀਆਂ ਨੇ, ਐਂਡ 2 ਦਿਨਾਂ ਦੇ ਵਿੱਚ ਆਪਣਾ ਪੰਜਾਬ, ਹਰਿਆਣਾ, ਗੁਜਰਾਤ ਸਾਰਾ ਬੈਨ ਕਰਤਾ ਹੈ। ਦੈਟ ਅਸੀਂ ਕੋਈ ਵੀ ਐਪਲੀਕੇਸ਼ਨ ਨਵੀਂ ਨਹੀਂ ਲਵਾਂਗੇ, ਪੁਰਾਣੀ ਵੀ ਚੱਲਦੀ ਪਈ ਹੈ, ਉਹ ਕੇਸ ਟੂ ਕੇਸ ਹੋ ਕੇ ਨਿਕਲੇਗੀ। ਬੱਚਿਆਂ ਨੂੰ ਈਮੇਲ ID ਤੇ ਉਹਨਾਂ ਦੇ ਮੇਲਾਂ ਆ ਚੁੱਕੀਆਂ ਨੇ ਯੂਨੀਵਰਸਿਟੀ ਤੋਂ। ਇਹ ਕਿਉਂ ਹੋ ਰਿਹਾ? ਕਿਉਂਕਿ ਦੇਰ ਇਜ਼ ਅ ਪ੍ਰੋਸੈਸ ਚੇਂਜ ਜਿਹੜਾ ਹੋਣ ਲੱਗਿਆ, ਉਹਦੀ ਕਲੈਰਿਟੀ ਕਿਸੇ ਨੂੰ ਨਹੀਂ ਹੈਗੀ।
ਅਸੀਂ 10 ਦਿਨ ਪਹਿਲਾਂ ਇੱਕ ਆਪਣਾ ਆਸਟ੍ਰੇਲੀਅਨ ਸਮਿਟ ਆਰਗੇਨਾਈਜ਼ ਕਰਾਇਆ ਸੀਗਾ, ਜਿਹਦੇ ਵਿੱਚ ਬਹੁਤ ਨਾਮੀ ਯੂਨੀਵਰਸਿਟੀਜ਼ ਆਈਆਂ ਸੀ, ਸਟੂਡੈਂਟਸ ਨੂੰ ਮਿਲੀਆਂ ਐਂਡ ਉਹਨਾਂ ਨੂੰ ਚੇਂਜ ਉਦੋਂ ਤੱਕ ਅਨਾਊਂਸ ਹੋ ਚੁੱਕਿਆ ਸੀਗਾ ਬੇਸਿਕਲੀ, ਪਰ ਉਹ ਇੱਕ ਦਿਨ ਪਹਿਲਾਂ ਹੋਇਆ ਸੀ, ਸਮਝ ਨਹੀਂ ਸੀ ਇਹ ਨਵਾਂ ਚੇਂਜ ਆ ਕੀ ਰਿਹਾ। ਤੇ ਇਹ ਨਿਊਜ਼ ਜਾਂ ਇਹ ਇਸ ਟਾਈਮ ਸ਼ੋਅ ਕਰਨ ਦਾ ਕੰਟੈਕਸਟ ਇਹ ਹੈ, ਬਹੁਤ ਸਾਰੀ ਕਲੈਰਿਟੀ ਆ ਗਈ ਹੈ ਯੂਨੀਵਰਸਿਟੀਜ਼ ਵੱਲੋਂ, ਉਹ ਕਿਸ ਤਰ੍ਹਾਂ ਰਿਐਕਟ ਕਰਨਗੇ ਜਾਂ ਰਿਸਪੌਂਡ ਕਰਨਗੇ ਅਗਲੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ। ਤੇ ਮੇਰੀ ਕੈਲਕੂਲੇਸ਼ਨ ਕਹਿੰਦੀ ਹੈ ਆਲਮੋਸਟ 20% ਯੂਨੀਵਰਸਿਟੀਜ਼, ਪੰਜਾਬ, ਹਰਿਆਣਾ ਐਂਡ ਗੁਜਰਾਤ, ਚਲੋ ਆਪਣੇ ਨਾਲ ਨਹੀਂ ਲੱਗਦਾ ਬਟ ਉਹ ਏਰੀਆ ਵੀ ਹਾਈ ਰਿਸਕ ਦੇ ਵਿੱਚ ਆਉਂਦਾ ਹੈ, ਉਹ ਆਪਣੇ ਹੱਥ ਖਿੱਚ ਲੈਣਗੀਆਂ ਅਗਲੇ ਇਨਟੇਕ ਵਾਸਤੇ, ਇਹ ਪੱਕਾ ਤੈਅ ਹੈ। ਤਾਂ ਜਿਹੜਾ ਬੱਚਾ ਕਲਾਸ 12th ਪਾਸ ਆਊਟ ਹੈ 2022 ਦੇ ਵਿੱਚ, ਉਹਨਾਂ ਨੂੰ ਇੱਕ ਸਪੈਸ਼ਲ ਰეკਮੈਂਡੇਸ਼ਨ ਆਪਣੇ ਯੂਨੀਵਰਸਿਟੀ ਦੇ ਨਾਲ ਇਨ ਟੱਚ ਹੋ ਕੇ ਫਟਾਫਟ GT ਅਪਰੂਵਲ ਵਾਲੇ ਪਾਸੇ ਚੱਲੋ, ਕਿਉਂਕਿ ਤੁਹਾਡੀ ਮੇਲ ਕਦੇ ਵੀ ਆ ਸਕਦੀ ਹੈ। ਕਿਉਂਕਿ ਜਿਹੜਾ ਵੀ ਇਹ ਬਦਲਾਵ ਅਸੈਸਮੈਂਟ ਲੈਵਲਾਂ 'ਚ ਹੋਇਆ ਉਹ ਉਹਨਾਂ ਸਟੂਡੈਂਟਸ ਕਰਕੇ ਹੋਇਆ ਜਿਹੜੇ 12ਵੀਂ ਤੋਂ ਬਾਅਦ ਗਿਆ, ਕਿਉਂਕਿ ਉਹ ਬੱਚਿਆਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਕੰਟੀਨਿਊ ਨਹੀਂ ਕੀਤੀ। ਉਹ ਬੱਚਿਆਂ ਨੇ ਆਪਣੀ 1 ਸਮੈਸਟਰ ਤੋਂ ਬਾਅਦ ਜਾਂ ਸਾਲ ਤੋਂ ਬਾਅਦ ਕੋਈ ਸਸਤੇ ਕੁੱਕਰੀ ਕੋਰਸਿਸ, 에ਅਰ ਕੰਡੀਸ਼ਨਿੰਗ ਕੋਰਸਿਸ ਵਾਲੇ ਪਾਸੇ ਹੋ ਗਏ, ਤਾਂ ਯੂਨੀਵਰਸਿਟੀਆਂ ਦਾ ਅਸੈਸਮੈਂਟ ਲੈਵਲ ਹਿੱਲ ਗਿਆ। ਬਹੁਤ ਵਧੀਆ ਯੂਨੀਵਰਸਿਟੀਆਂ AL1 ਤੋਂ AL2 'ਚ ਆ ਗਈਆਂ ਨੇ ਨਵੇਂ ਬਦਲਾਵ ਕਰਕੇ। ਤੇ ਆਹ ਚੇਂਜ ਜਿਹੜਾ ਹੈ ਯੂਨੀਵਰਸਿਟੀਜ਼ ਨੇ ਬਹੁਤ ਵੈਲਕਮ ਕੀਤਾ, ਦੈਟ ਓਕੇ ਇੱਕ ਨਵਾਂ ਸਿਸਟਮ ਆਏਗਾ ਆਲਮੋਸਟ 11 ਸਾਲ ਬਾਅਦ, ਕਿਉਂਕਿ SVP 2012 ਸ਼ੁਰੂ ਹੋਇਆ ਸੀ, 2015 'ਚ SSVF ਆ ਗਿਆ ਸੀਗਾ, ਜੋ 2023 ਤੱਕ ਚੱਲਦਾ ਰਿਹਾ। ਕੋਈ ਚੇਂਜ ਨਹੀਂ ਆਇਆ ਸਿਸਟਮ ਦੇ ਵਿੱਚ, ਸਿਰਫ GT ਉੱਪਰ ਥੱਲੇ ਹੋਈ ਜੀ। ਅੱਜ ਇਹ ਯੂਨੀਵਰਸਿਟੀ ਨੇ ਆਹ ਕਾਗਜ਼ ਮੈਂਡੇਟ ਕਰਤਾ, ਦੂਸਰੀ ਯੂਨੀਵਰਸਿਟੀ ਨੇ ਦੂਸਰਾ ਕਾਗਜ਼ ਮੈਂਡੇਟ ਕਰਤਾ, ਉਹ ਉੱਪਰ ਥੱਲੇ ਬਦਲਾਵ ਹੋਏ। ਪਰ ਜਿਹੜਾ ਚੇਂਜ ਆਊਗਾ ਤਕਰੀਬਨ 10 ਸਾਲਾਂ ਤੋਂ ਬਾਅਦ ਇੱਕ ਪੂਰਾ ਸਿਸਟਮ ਚੇਂਜ ਹੋਏਗਾ, ਜਿਹਦੇ ਵਿੱਚ ਨਵੇਂ ਰੈਗੂਲੇਸ਼ਨ, ਨਵੇਂ ਰੂਲਸ ਐਂਡ ਨਵੇਂ ਸਟੂਡੈਂਟ ਰਿਕਰੂਟ ਕਰਨ ਦੇ ਤਰੀਕੇ ਵੀ ਹੋਣਗੇ। ਤਾਂ ਯੂਨੀਵਰਸਿਟੀਜ਼ ਨੇ ਆਪਣਾ ਸਾਰਾ ਕੰਮ ਜਿਹੜੇ 3-4 ਯੂਨੀਵਰਸਿਟੀਆਂ ਦੇ ਨਾਮ ਲਿੱਤੇ ਬੰਦ ਕਰਤਾ ਵੀ ਅਸੀਂ ਜੁਲਾਈ ਇਨਟੇਕ ਨਹੀਂ ਕਰਾਂਗੇ, ਕੋਈ ਸਮੱਸਿਆ ਨਹੀਂ, ਪਰ ਅਗਲਾ ਜਨਵਰੀ ਔਰ ਨਵੰਬਰ ਇਨਟੇਕ ਸਾਂਭ ਕੇ ਚੱਲਾਂਗੇ ਤਾਂ ਕਿ ਅਸੀਂ ਫਰੈਸ਼ ਸਟਾਰਟ ਕਰੀਏ। ਐਮਬੈਸੀ ਦੀ ਨਿਗਾਹ ਦੇ ਵਿੱਚ ਹੋ ਸਕਦਾ ਅਸੈਸਮੈਂਟ ਲੈਵਲ ਸਕੁਐਸ਼ ਹੀ ਹੋ ਜਾਏ, ਖਤਮ ਹੀ ਹੋ ਜਾਏ, ਸਾਰੀ ਯੂਨੀਵਰਸਿਟੀਆਂ ਇੱਕ ਬਰਾਬਰ ਆ ਜਾਣ, ਕਿਉਂਕਿ ਇਹ ਚੇਂਜ ਕਰਕੇ ਕਈ ਅਸੈਸਮੈਂਟ ਲੈਵਲ 2 ਯੂਨੀਵਰਸਿਟੀਜ਼ ਨੇ ਵੀ ਆਪਣੀ ਰਿਕਰੂਟਮੈਂਟ ਫਰੀਜ਼ ਕਰਤੀ ਹੈ, ਕੁਛ ਦੇਖਦੇ ਹੋਏ ਦੈਟ ਓਕੇ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ। ਤਾਂ ਬਹੁਤ ਸਾਰੇ ਇੰਟਰਸਟਿੰਗ ਟਾਈਮ ਆਉਣ ਵਾਲੇ ਨੇ ਆਸਟ੍ਰੇਲੀਆ ਦੇ, ਜਿੱਥੇ ਐਜ਼ ਅ ਕੰਸਲਟੈਂਟ ਸਾਨੂੰ ਪਤਾ ਬਹੁਤ ਸਾਰੀ ਮਿਹਨਤ ਦੁਬਾਰਾ ਕਰਨੀ ਪੈਣੀ ਹੈ, ਕਿਉਂਕਿ ਜੇ ਯੂਨੀਵਰਸਿਟੀ ਦਾ ਮੇਲ ਆ ਗਿਆ ਅਸੀਂ ਬੰਦ ਕਰਤਾ ਤੇ ਉਹ ਬੱਚੇ ਦੀ ਐਪਲੀਕੇਸ਼ਨ ਦੁਬਾਰਾ ਪੈਣੀ ਹੈ। ਤੇ ਬਹੁਤ ਸਾਰੇ ਸਟੂਡੈਂਟ ਜੁਲਾਈ ਤੋਂ ਨਵੰਬਰ ਡੈਫਰ ਹੋਣਗੇ ਹੀ ਹੋਣਗੇ, ਕਿਉਂਕਿ ਉਹਨੂੰ ਕੋਈ ਰੋਕ ਨਹੀਂ ਸਕਦਾ। ਪ੍ਰੋਸੈਸਿੰਗ ਹੀ ਬਹੁਤ ਜ਼ਿਆਦਾ ਸਲੋ ਹੈ ਡਿਊ ਟੂ ਦਿਸ ਨਿਊ ਚੇਂਜਸ ਵਿਚ ਹੈਵ ਬੀਨ ਅਨਾਊਂਸਡ। ਜੀ ਬਿਲਕੁਲ। ਸੋ ਪਹਿਲਾਂ ਹੀ GT ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਡਾਊਟ ਸੀਗੇ, ਤੇ ਹੁਣ ਲਗਾਤਾਰ ਹੋਰ ਵੀ ਜਿਸ ਤਰ੍ਹਾਂ ਦੇ ਚੇਂਜਸ ਆ ਜਾਂਦੇ ਨੇ ਤਾਂ ਸਟੂਡੈਂਟਸ ਹੋਰ ਘਬਰਾ ਵੀ ਜਾਂਦੇ ਨੇ ਕਈ ਵਾਰ ਕਿ ਕਿਤੇ ਸਟ੍ਰਿਕਟ ਤਾਂ ਨਹੀਂ ਹੋ ਰਿਹਾ ਆਸਟ੍ਰੇਲੀਆ। ਤੇ ਅਸੀਂ ਇਸ ਸ਼ੋਅ ਦੇ ਜ਼ਰੀਏ ਇਸ ਲਈ ਰਾਈਟ ਇਨਫੋਰਮੇਸ਼ਨ ਰਾਈਟ ਟਾਈਮ ਤੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਆ। ਪਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ, ਲਗਾਤਾਰ ਮੈਂ ਕਹਿ ਰਹੀ ਹਾਂ ਨੰਬਰ ਜਿਹੜਾ ਡਿਸਪਲੇ ਹੈ ਇਸ ਨੂੰ ਨੋਟ ਕਰ ਲਓ, ESS ਗਲੋਬਲ ਦਾ ਨੰਬਰ ਹੈ, ਤੁਸੀਂ ਸਹੀ ਗਾਈਡੈਂਸ ਦੇ ਲਈ ਇਸ ਨੰਬਰ ਤੇ ਕਾਲ ਕਰਕੇ ਸਲਾਹ ਜ਼ਰੂਰ ਲੈ ਸਕਦੇ ਹੋ। ਸੋ GT ਦੀ ਜਿਵੇਂ ਤੁਸੀਂ ਪਹਿਲਾਂ ਵੀ ਹੁਣ ਗੱਲ ਕੀਤੀ ਕਿ ਕੁਝ ਟਾਈਮ ਬਾਅਦ ਜੋ ਹੈ ਰੂਲਸ ਥੋੜਾ ਬਹੁਤ ਚੇਂਜ ਕੀਤੇ ਜਾਂਦੇ ਆ। ਨਾਲ ਦੀ ਨਾਲ ਮੈਂ ਗੱਲ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਜ਼ਰੂਰ ਕਰਨਾ ਚਾਹੂੰਗੀ। ਸਵਾਲ ਇਹ ਵੀ ਰਹਿੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਲੱਗਦਾ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਥੋੜਾ ਸਟ੍ਰਿਕਟ ਹੁੰਦਾ ਨਜ਼ਰ ਆਏਗਾ ਆਸਟ੍ਰੇਲੀਆ ਹੋਰ? I doubt on that, ਕਿਉਂਕਿ ਆਸਟ੍ਰੇਲੀਆ ਹੀ ਸਭ ਤੋਂ ਪਹਿਲਾ ਕੰਟਰੀ ਸੀਗਾ ਜਿਹਨੇ ਸਪਾਊਸ ਵੀਜ਼ਾ ਦਾ ਟ੍ਰੈਂਡ ਸ਼ੁਰੂ ਕੀਤਾ ਸੀ, ਤੇ ਇਹਨੇ ਹਜੇ ਤੱਕ ਉਹ ਟ੍ਰੈਂਡ ਕੈਰੀ ਫਾਰਵਰਡ ਕੀਤਾ ਹੋਇਆ। ਕੋਵਿਡ ਦੇ ਦੌਰਾਨ ਇਹਨਾਂ ਨੂੰ ਇਹ ਜ਼ਰੂਰ ਕੈਲਕੂਲੇਸ਼ਨ ਸੀ ਵੀ ਕੋਵਿਡ ਜਦ ਚੱਲ ਰਿਹਾ ਸੀਗਾ ਜਾਂ ਕੋਵਿਡ ਓਵਰ ਹੋਇਆ ਵੀ ਸਪਾਊਸ ਦੀ ਕੋਈ ਅਰਜੈਂਸੀ ਨਹੀਂ ਹੈ ਬਾਹਰ ਜਾਣ ਦੀ, ਅਸੀਂ ਮੇਨ ਐਪਲੀਕੈਂਟ ਜਿਹੜਾ ਪੜ੍ਹਨ ਜਾਣਾ ਚਾਹੁੰਦਾ ਹੈ ਉਹਨੂੰ ਹੀ ਅੱਗੇ ਲੈ ਕੇ ਆਈਏ। ਤਾਂ ਸਪਾਊਸ ਦੇ ਵੀਜ਼ੇ ਸਲੋ ਹੋਏ ਸੀਗੇ, ਰਿਜੈਕਟ ਵੀ ਹੋਏ ਸੀ ਪਹਿਲੀ ਵਾਰ, ਜੋ ਵਾਪਸ ਲਾਏ ਗਏ ਤਾਂ ਉਹ ਲੱਗਣੇ ਸ਼ੁਰੂ ਹੋ ਗਏ। ਤਾਂ ਆਈ ਡਾਊਟ ਕੋਈ ਸਪਾਊਸ ਨੂੰ ਲੈ ਕੇ ਜਾਂ ਫੈਮਲੀਜ਼ ਨੂੰ ਲੈ ਕੇ ਕੋਈ ਆਸਟ੍ਰੇਲੀਆ GT ਦੇ ਵਿੱਚ ਗਵਰਨਮੈਂਟ ਕੋਈ ਚੇਂਜ ਕਰੇਗੀ। ਹਾਂ, ਯੂਨੀਵਰਸਿਟੀਜ਼ ਆਪਣੇ ਪੈਰਾਮੀਟਰ ਆਪ ਰੱਖ ਸਕਦੇ ਨੇ ਵੀ ਸਾਨੂੰ ਸਪਾਊਸ ਕੇਸ ਨਹੀਂ ਚਾਹੀਦਾ, ਫੈਮਿਲੀ ਕੇਸ ਨਹੀਂ ਚਾਹੀਦਾ ਔਰ ਮੈਰਿਡ ਨਹੀਂ ਹੋਣਾ ਚਾਹੀਦਾ। ਯੂਨੀਵਰਸਿਟੀ ਦੀ ਫਰੀडम ਹੁੰਦੀ ਹੈ ਆਪਣਾ ਇੱਕ ਪ੍ਰੋਟੋਕੋਲ ਸੈੱਟ ਕਰਨ ਦਾ, ਉਹਦੇ ਵਿੱਚ ਚੇਂਜਸ ਚੱਲਦੇ ਰਹੇ ਹੈ, ਹੋ ਵੀ ਰਹੇ ਹੈ ਤੇ ਹੋਣਗੇ ਵੀ। ਤਾਂ ਬੱਚਾ ਆਪਣੇ ਹਿਸਾਬ ਦੇ ਨਾਲ ਕਿੱਥੇ ਕੁਆਲੀਫਾਈ ਕਰਦਾ ਹੈ ਉਹ ਯੂਨੀਵਰਸਿਟੀ ਨੂੰ ਸਿਲੈਕਟ ਕਰਕੇ ਅੱਗੇ ਜਾ ਸਕਦਾ ਹੈਗਾ। ਜੀ ਬਿਲਕੁਲ। ਤੇ ਆਪਾਂ ਜਦੋਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਦੀ ਗੱਲ ਕਰਦੇ ਹਾਂ, ਸਟੂਡੈਂਟ ਜਦੋਂ ਆਪਣੀ ਫਾਈਲਿੰਗ ਦਾ ਪ੍ਰੋਸੈਸ ਸ਼ੁਰੂ ਕਰਦਾ ਹੈ, ਕਿ ਉਦੋਂ ਤੋਂ ਹੀ ਕੁਝ ਚੀਜ਼ਾਂ ਦੀਆਂ ਚੇਂਜਸ ਬਹੁਤ ਜ਼ਰੂਰੀ ਨੇ ਜਾਂ ਸੰਭਾਵਨਾਵਾਂ ਬਣ ਜਾਂਦੀਆਂ ਨੇ ਕਿ ਕੋਈ ਪ੍ਰੋਬਲਮ ਜੋ ਹੈ ਸਟਾਰਟਿੰਗ ਵਿੱਚ ਹੀ ਅਗਰ ਪ੍ਰੋਸੈਸ ਸਹੀ ਨਹੀਂ ਆ ਸਕਦੀਆਂ, ਜਾਂ ਫਿਰ ਉੱਥੇ ਪਹੁੰਚਣ ਤੋਂ ਬਾਅਦ ਕੁਝ ਚੀਜ਼ਾਂ ਸਟੂਡੈਂਟਸ ਨੂੰ ਫੇਸ ਕਰਨੀਆਂ ਪੈਂਦੀਆਂ ਆਪਣੀਆਂ ਗਲਤੀਆਂ ਕਰਕੇ? ਦੇਖੋ, ਗਲਤੀਆਂ ਤਾਂ ਮੈਂ ਇਸ ਤਰ੍ਹਾਂ ਕਹੂੰਗਾ, ਜਿਹੜਾ ਬੱਚਾ ਇੱਥੋਂ ਅੱਜ ਪਹਿਲੇ ਦਿਨ
ਆਫਿਸ ਆਂਦਾ ਕਿਸੇ ਵੀ ਕੰਸਲਟੈਂਟ ਦੇ, ਉਹਦੇ ਕੋਲ ਦਿਮਾਗ 'ਚ ਇੱਕੋ ਚੀਜ਼ ਹੁੰਦੀ ਹੈ, ਵੀਜ਼ਾ। ਮੇਰਾ ਵੀਜ਼ਾ ਕਿਵੇਂ ਆਊਗਾ? ਜਿਵੇਂ ਵੀਜ਼ਾ ਲੱਗ ਜਾਂਦਾ ਹੈ, ਅਗਲਾ ਸਵਾਲ ਹੁੰਦਾ ਹੁਣ ਮੈਂ ਉੱਥੇ PR ਕਿਵੇਂ ਹੋਣਾ ਜੀ। ਵੈਲ ਵੀਜ਼ੇ ਦੀ ਜਰਨੀ ਵੀ 4 ਤੋਂ 5 ਮਹੀਨਿਆਂ ਦੀ ਕਈ ਵਾਰ ਬਣ ਜਾਂਦੀ ਹੈ, ਕਈ ਵਾਰ 7-7 ਮਹੀਨਿਆਂ ਦੀ ਬਣ ਜਾਂਦੀ ਹੈ, ਜਿਵੇਂ ਯੂਨੀਵਰਸਿਟੀ ਤੁਹਾਡੇ ਕੇਸ ਨੂੰ ਲੈ ਕੇ ਚੱਲਦੀ ਹੈ। PR ਦੀ ਜਰਨੀ ਐਜ਼ ਆਫ ਨਾਓ 6 ਤੋਂ 7 ਸਾਲ ਦੀ ਹੈਗੀ ਹੈ, ਜੇ ਰੂਲ ਤੋੜ ਕੇ ਵੀ ਕੰਮ ਕਰਦੇ ਹਾਂ, ਜੇ ਰੂਲ ਦੇ ਵਿੱਚ ਕੰਮ ਕਰਦੇ ਹਾਂ ਐਂਡ ਫਲੈਕਸੀਬਲ ਉਹਨੇ ਕਿਤੇ ਵੀ ਆਉਣ ਜਾਣ ਵਾਸਤੇ, ਕਿਉਂਕਿ ਜੌਬ ਕਰਨੀ ਹੈ, ਤਾਂ ਉਹ PR 3-4 ਸਾਲ ਮਿਲਣ ਦੀ ਹੱਕਦਾਰ ਹੋ ਜਾਂਦੇ ਹੋ ਤੁਸੀਂ। ਹਾਊਐਵਰ ਹੁਣ ਜਿਹੜਾ ਬੱਚਾ ਅੱਜ ਹੈ ਤੇ ਆਉਣ ਵਾਲੇ ਅਗਲੇ ਸਾਲ ਹੋਏਗਾ, ਉਹਦੇ ਮਾਈਂਡਸੈਟ 'ਚ ਬਹੁਤ ਫਰਕ ਹੋਏਗਾ, ਕਿਉਂਕਿ ਅੱਜ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਸਮਝ ਆ ਗਈ ਹੈ ਜਿਹੜਾ ਰਸਤਾ ਹੈਗਾ ਸਟੂਡੈਂਟ ਵੀਜ਼ਾ ਟੂ PR, ਉਹ ਇੱਕ ਵੈਲਿਡ ਰਸਤਾ ਹੈ। ਬੱਚੇ ਉਹਨੂੰ ਚੂਜ਼ ਕਿਉਂ ਨਹੀਂ ਕਰ ਪਾਉਂਦੇ? ਕਿਉਂਕਿ ਉਹ ਅਨਐਕਸਪੈਕਟਿਡ ਐਕਸਪੈਕਟੇਸ਼ਨ ਲੈ ਕੇ ਆਉਂਦੇ ਨੇ ਉਹਨਾਂ ਦੇ ਕੰਟਰੀ ਦੇ ਵਿੱਚ। ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਬੈਚਲਰ ਡਿਗਰੀ ਜਿੱਥੇ ਬੱਚੇ ਦੀ ਫੀਸ ਤਕਰੀਬਨ 3 ਸਾਲਾਂ ਦੀ $90,000 ਦੇ ਕਰੀਬ ਬਣਦੀ ਹੈ। 3 ਸਾਲਾਂ ਤੁਸੀਂ $90,000 ਦੇ ਕਰੀਬ ਮਤਲਬ 50 ਲੱਖ ਰੁਪਇਆ ਫੀਸਾਂ ਦਾ ਦੇਣਾ ਜੀ। ਕਿੰਨਾ ਕੁ ਬੱਚਾ ਪੰਜਾਬ ਜਾਂ ਹਰਿਆਣੇ ਤੋਂ ਉਹ 3 ਸਾਲ ਦੀ ਜਰਨੀ ਪੂਰੀ ਕਰਦਾ? ਹਾਰਡਲੀ 30%। 70% ਇੱਧਰ ਉੱਧਰ ਹੋ ਜਾਂਦਾ। ਕੋਈ ਕਨਕਰੈਂਟ COE ਲੈ ਕੇ ਕੁੱਕਰੀ ਚਲਾ ਜਾਂਦਾ ਹੈ, ਕੋਈ ਹੋਰ ਪ੍ਰੋਗਰਾਮ ਕਰਨ ਲੱਗ ਜਾਂਦਾ ਹੈ, ਅਤੇ ਉਹਨੂੰ ਕਹਿੰਦੇ ਵੀ ਸਾਡਾ ਕੋਰਸ ਔਖਾ ਹੈ। ਹੁਣ ਉਹ ਜਦ GT ਦੇ ਵਿੱਚ ਇੰਟਰਵਿਊ ਦਿੰਦਾ ਨਾ, ਉਦੋਂ ਪੂਰਾ ਕਹਿੰਦਾ ਵੀ ਆਹ ਕੋਰਸ ਮੈਂ ਪੜ੍ਹਾਂਗਾ, ਆਹ ਸਬਜੈਕਟ ਪੜ੍ਹਾਂਗਾ, ਪੂਰਾ ਇੰਟਰਸਟ ਦਿਖਾਉਂਦਾ। ਇਹ ਸਭ ਚੀਜ਼ਾਂ ਰਿਕਾਰਡ ਹੁੰਦੀਆਂ ਨੇ। ਹੁਣ ਜਦ ਰਿਕਾਰਡ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਅੱਗੇ ਜਾ ਕੇ ਜਦ ਤੁਸੀਂ ਯੂਨੀਵਰਸਿਟੀ ਚੇਂਜ ਕਰਨ ਤੇ ਉਹਨੂੰ ਲੈ ਕੇ ਜਾਂਦੇ ਹੋ, ਤਾਂ ਉਹ ਚੀਜ਼ਾਂ ਯੂਨੀਵਰਸਿਟੀ ਤੁਹਾਡੇ ਫੇਸ ਦੇ ਉੱਤੇ ਵਾਪਸ ਪਾ ਦਿੰਦੀਆਂ ਨੇ, ਤੁਸੀਂ ਆਹ ਕਹਿ ਕੇ ਆਏ ਸੀਗੇ ਅਤੇ ਅੱਜ ਤੁਸੀਂ ਆਹ ਕਹਾਣੀ ਸੁਣਾਉਂਦੇ ਪਏ ਹੋ। ਹੁਣ ਇਹ ਸਾਰੀ ਜਿਹੜਾ ਡਾਟਾਬੇਸ ਇਕੱਠਾ ਹੁੰਦਾ ਨਾ, ਪਿਛਲੇ 4-5 ਸਾਲਾਂ ਦਾ ਇਕੱਠਾ ਹੋਇਆ ਹੋਣਾ, ਜਾਂ ਫੈਬ ਇਨਟੇਕ ਦੇ ਵਿੱਚ ਰਿਕਾਰਡ ਬ੍ਰੇਕਿੰਗ ਬੱਚੇ ਨੇ ਕਾਲਜ ਚੇਂਜ ਕੀਤੇ, ਰਿਕਾਰਡ ਬ੍ਰੇਕਿੰਗ ਮਤਲਬ ਬਹੁਤ ਸਾਰੇ ਬੱਚਿਆਂ ਨੇ ਇੱਧਰ ਉੱਧਰ ਗਏ, ਜਿਹਦੇ ਕਰਕੇ ਯੂਨੀਵਰਸਿਟੀਆਂ ਤੜਪਣਾ ਸ਼ੁਰੂ ਕਰ ਗਈਆਂ ਵੀ ਇਹ ਸਾਡਾ ਫਾਇਦਾ ਚੱਕਿਆ ਜਾ ਰਿਹਾ ਐਜ਼ ਅ ਸਿਸਟਮ। ਉਹਨਾਂ ਨੇ ਵੀ ਗਵਰਨਮੈਂਟ ਨੂੰ ਅਪਰੋਚ ਕੀਤਾ ਵੀ ਜਾਂ ਤਾਂ ਇਹ ਸਿਸਟਮ ਠੀਕ ਕਰੋ ਜਾਂ ਸਾਨੂੰ ਸਟ੍ਰੀਮਲਾਈਨ ਕਰਨਾ ਬੰਦ ਕਰੋ, ਪੂਰਾ ਆਸਟ੍ਰੇਲੀਆ ਸਟੈਂਡਰਡ ਕਰ ਦਿਓ ਨਾ। ਜਿਹੜਾ ਡਿਪਲੋਮਾ ਕਰਨਾ ਚਾਹੁੰਦਾ ਉੱਥੋਂ ਹੀ ਡਿਪਲੋਮਾ 'ਚ ਆਵੇ, ਜਿਹੜਾ ਯੂਨੀਵਰਸਿਟੀ ਪੜ੍ਹਨਾ ਆਉਂਦਾ ਉੱਥੋਂ ਹੀ ਯੂਨੀਵਰਸਿਟੀ 'ਚ ਆਵੇ। ਬੜਾ ਸਿੰਪਲ ਜਿਹਾ ਫੈਕਟਰ ਹੈ। ਤਾਂ ਗਵਰਨਮੈਂਟ ਆਈ ਬਿਲੀਵ ਉਹ ਫੈਕਟਰਸ 'ਤੇ ਸੋਚਣਾ ਸ਼ੁਰੂ ਕਰ ਗਈ ਹੈ, ਜਿਹਦੇ ਵਿੱਚ ਜਿਹੜੀ ਉਹਨਾਂ ਦੀ ਲਿਸਟਾਂ ਦੇਖੀਏ ਪਿਛਲੇ 6-8 ਮਹੀਨਿਆਂ ਤੋਂ ਜਿਹੜੀ ਇੰਟਰਨੈਟ 'ਤੇ ਆ ਰਹੀਆਂ, ਜਿਹਦੇ ਵਿੱਚ ਉਹਨਾਂ ਨੇ ਐਕਸਟੈਂਡਡ ਪੋਸਟ ਸਟੱਡੀ ਵਰਕ ਪਰਮਿਟ ਵੀ ਅਨਾਊਂਸ ਕਰਤਾ 2 ਸਾਲਾਂ ਦਾ। ਉਹ ਸਾਰੇ ਆ ਰਹੇ ਡਿਗਰੀ ਕੋਰਸਿਸ ਦਾ, ਡਿਪਲੋਮਿਆਂ ਨੂੰ ਉਹਦੇ ਵਿੱਚ ਨਹੀਂ ਪਾਇਆ। ਕੋਈ ਨਾ ਕੋਈ ਤਾਂ ਕਾਰਨ ਹੋਏਗਾ। ਦੈਟ ਮੀਨ ਉਹ ਇੱਕ ਆਪਣੇ ਡਿਪਲੋਮਿਆਂ ਵਾਲੇ ਬੱਚਿਆਂ ਨੂੰ ਸਾਂਭ ਕੇ ਜਾਂ ਪ੍ਰੋਫੈਸ਼ਨਸ ਨੂੰ, ਉਹ ਜੌਬਸ ਨੂੰ ਸਾਂਭ ਕੇ ਐਡਰੈਸ ਕਰ ਚੁੱਕੇ ਹੈ ਜਾਂ ਐਡਰੈਸ ਕਰਨ ਦੀ ਪਲੈਨਿੰਗ ਬਣ ਚੁੱਕੀ ਹੈ। ਜੋ ਉਹਨਾਂ ਦਾ ਘਾਟ ਇਸ ਟਾਈਮ ਆ ਰਿਹਾ, ਉਹ ਪੜ੍ਹਾ ਲਿਖਾ ਬੱਚਾ ਆ ਰਿਹਾ, ਅਨਸਕਿਲਡ ਬੱਚਾ ਨਹੀਂ ਚਾਹੀਦਾ। ਇਸ ਨੇ ਇੱਕ ਸਟੂਡੈਂਟ ਨੇ ਕਿਹਾ, ਬੜਾ ਆਇਆ ਮੇਰੇ ਕੋਲ, ਕਹਿੰਦਾ ਭਾਜੀ ਬਸ ਇੱਕ ਵਾਰ ਵੀਜ਼ਾ ਲੱਗ ਜੇ, ਮਤਲਬ ਟੈਕਸੀ 'ਚ ਹਨੇਰੀ ਪੱਟ ਦੇਣੀ ਹੈ। ਮੈਂ ਕਿਹਾ ਇਮੈਜਿਨ ਕਰ, ਅਗਲੇ ਸਾਲ ਜਦ ਤੂੰ ਗਿਆ ਅਤੇ ਉੱਥੇ ਸਾਰੀਆਂ ਟੈਕਸੀਆਂ ਜਾਂ ਮੈਜੋਰਿਟੀ ਟੈਕਸੀਆਂ ਡਰਾਈਵਰ ਤੋਂ ਬਿਨਾਂ ਹੋ ਜਾਣ, ਕਿਉਂਕਿ ਜਿਸ ਪਾਸੇ ਦੁਨੀਆ ਜਾਂਦੀ ਪਈ ਹੈ, AI ਆਰਟੀਫਿਸ਼ੀਅਲ ਇੰਟੈਲੀਜੈਂਸ ਵੱਡੀਆਂ ਜੌਬ ਰਿਪਲੇਸ ਕਰਦਾ ਪਿਆ, ਫਿਰ ਤੂੰ ਕੀ ਕਰੇਗਾ? ਫਿਰ ਉਹ ਚੁੱਪ ਹੀ ਹੋ ਗਿਆ, ਕਿਉਂਕਿ ਉਹ ਦਿਮਾਗ ਸਿਰਫ ਟੈਕਸੀ ਸੀ, ਯੂਨੀਵਰਸਿਟੀ ਨਹੀਂ ਸੀ, ਪੜ੍ਹਾਈ ਨਹੀਂ ਸੀ। ਮੈਂ ਕਿਹਾ ਆਹ ਕੇਸ ਇਮੈਜਿਨ ਕਰ। ਇਹ ਸਾਰੇ ਜਿਹੜੇ ਲੋ ਸਕਿਲਡ ਜੌਬ ਹੈ ਨਾ, ਇਹ ਅੱਜ ਨਹੀਂ ਤਾਂ ਕੱਲ੍ਹ ਖਤਮ ਹੋ ਜਾਣੀ ਹੈ। ਇਹ PR ਨਹੀਂ ਦਿਵਾਉਣਗੀਆਂ। PR ਦਵਾਊਗੀ ਐਜੂਕੇਸ਼ਨ ਐਂਡ ਐਜੂਕੇਸ਼ਨ ਦੇ ਉੱਪਰ ਵਰਕ। ਜੇ ਅੱਜ ਆਪਾਂ ਆਈਫੋਨ ਫੜਨ ਦੇ ਵਿੱਚ ਬੜਾ ਪ੍ਰਾਊਡ ਫੀਲ ਕਰਦੇ ਹਾਂ ਨਾ, ਅਤੇ ਆਈਫੋਨ ਤੁਹਾਡੀਆਂ ਗੱਲਾਂ ਸੁਣ ਕੇ ਜਵਾਬ ਦਿੰਦਾ, ਜਾਂ ਚੈਟ GPT ਜਿਹਨਾਂ ਤੁਸੀਂ ਗੱਲ ਕਰ ਸਕਦੇ ਹੋ ਇਹਨੂੰ ਲਿਖ ਕੇ, ਤਾਂ ਆਹ ਚੀਜ਼ਾਂ ਦੁਨੀਆ ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਪਾਸੇ ਤੁਰੀ ਜਾਂਦੀ ਹੈ, ਲੋ ਸਕਿਲਡ ਤਾਂ ਵੈਸੇ ਨਹੀਂ ਰਹਿਣਾ। ਅਤੇ ਸਾਰੀਆਂ ਇਮੀਗ੍ਰੇਸ਼ਨ ਪਾਲਿਸੀਆਂ ਲੋ ਸਕਿਲਡ ਤੋਂ ਬਜਾਏ ਹਾਈ ਸਕਿਲਡ 'ਤੇ ਹੋ ਜਾਣੀਆਂ। ਅਤੇ ਅੱਜ ਉਹ ਟਾਈਮ ਹੈ ਜਦ ਤਿਆਰ ਹੋਣਾ। ਆ ਨਵਾਂ ਚੇਂਜ ਜਿਹੜਾ ਆਸਟ੍ਰੇਲੀਆ ਦਾ ਆਇਆ, ਇਫ ਇਟ ਕਮਸ ਦਾ ਵੇ ਜਿਵੇਂ ਮੈਂ ਐਜ਼ਿਊਮ ਕਰ ਰਿਹਾ, ਆਲ ਬੀ ਦਾ ਹੈਪੀਐਸਟ ਵਨ, ਕਿਉਂਕਿ ਕਿਤੇ ਨਾ ਕਿਤੇ ਆਸਟ੍ਰੇਲੀਆ ਆਪਣੇ ਇੰਟੈਗ੍ਰਿਟੀ ਨੂੰ ਉਹ ਕਰ ਲੇਗਾ, ਇੰਟੈਕਟ ਕਰ ਲੇਗਾ ਵੀ ਚਲੋ ਸਾਨੂੰ ਇਹ ਤਾਂ ਓਪਰਚੁਨਿਟੀ ਜਿਹਨੇ ਵਰਤਣਾ ਸੀ 2008 'ਚ ਵਰਤ ਲਿਆ। ਅੱਜ ਅਸੀਂ ਬੱਚਿਆਂ ਦਾ ਭਵਿੱਖ ਬਣਾ ਕੇ ਆਪਣੇ ਦੇਸ਼ ਦਾ ਭਵਿੱਖ ਬਣਾਉਣਾ। ਤਾਂ ਉਹ ਫੈਕਟਰ ਜਿਹੜੇ ਹੈ ਕਿਤੇ ਨਾ ਕਿਤੇ ਦਿਖਦੇ ਪਏ ਆ, ਆਉਂਦੇ ਪਏ ਆ, ਅਤੇ ਇਸ ਈਅਰ ਐਂਡ ਤੱਕ ਐਪਲੀਕੇਬਲ ਵੀ ਹੋ ਜਾਣਗੇ। ਬਿਲਕੁਲ ਤੁਸੀਂ ਸਹੀ ਕਹੀ ਹੈ, ਕਿਉਂਕਿ ਗੱਲ ਆਸਟ੍ਰੇਲੀਆ ਪੋਟੈਂਸ਼ੀਅਲ ਸਟੂਡੈਂਟ ਨੂੰ ਹੀ ਵੈਲਕਮ ਕਰਨਾ ਚਾਹ ਰਿਹਾ। ਪਰ ਜਿਵੇਂ ਆਪਾਂ ਗੱਲ ਕੁਝ ਚੇਂਜਿਸ ਦੀ ਜਦ ਕਰਦੇ ਹਾਂ, ਚਾਹੇ ਕਿ GT ਅਪਡੇਸ਼ਨ ਦੀ ਜਦ ਗੱਲ ਸੀ ਕਿ ਰੀਸੈਂਟ ਪਾਸ ਆਊਟ ਸਟੂਡੈਂਟ ਨੂੰ ਹੀ ਲਿਆ ਜਾਏਗਾ, ਤਾਂ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਸਟੂਡੈਂਟ, ਚਾਹੇ 19-20 ਦੇ ਪਾਸ ਆਊਟ ਸਟੂਡੈਂਟ ਆ, ਉਹ ਨਹੀਂ ਜਾ ਪਾਉਣਗੇ। ਹੁਣ ਜਿਹੜੇ ਵੀ ਸਟੂਡੈਂਟਸ, ਕਿਉਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਟੂਡੈਂਟਸ ਨੂੰ ਹੀ ਸਫਰ ਹੋਣਾ ਪੈਂਦਾ ਹੈ। ਜਿੰਨੇ ਵੀ ਆਪਾਂ ਏਜੰਟਸ ਦੀ ਗੱਲ ਕਰ ਲਈਏ, ਯੂਨੀਵਰਸਿਟੀਜ਼ ਦੀ ਗੱਲ ਕਰ ਲਈਏ, ਉਹਨਾਂ ਨੂੰ ਤਾਂ ਸਫਰ ਨਹੀਂ ਹੋਣਾ ਪੈਂਦਾ, ਉਹਨਾਂ ਕੋਲ ਤਾਂ ਫਾਈਲਸ ਆਉਂਦੀਆਂ ਹੀ ਰਹਿੰਦੀਆਂ।
ਦੇਖੋ ਸਟੂਡੈਂਟ ਦੀ ਦੁਨੀਆ ਨਾ ਬੜੀ ਛੋਟੀ ਜੀ ਹੁੰਦੀ ਹੈ ਜੀ, ਜਿਹੜੀ ਮੈਂ ਫੀਲ ਕੀਤੀ ਹੈ। ਸਟੂਡੈਂਟ ਕਹਿੰਦਾ ਜੀ ਸਭ ਤੋਂ ਪਹਿਲਾ ਸਟੈਪ ਮਨ ਤਾਂ ਵੀਜ਼ਾ ਚਾਹੀਦਾ, ਜਿਵੇਂ ਪਹਿਲਾਂ ਕਿਹਾ। ਉਹਦੀ ਸ਼ੁਰੂਆਤ ਵੀਜ਼ੇ ਤੋਂ ਤੇ ਅੰਤ ਵੀਜ਼ੇ ਤੋਂ। ਉਹਨੂੰ ਜਿਹੜਾ ਵੀ ਉਹ ਆਪਰੇਟ ਕਰਦਾ ਨਾ ਪ੍ਰੋਸੈਸ ਦੇ ਵਿੱਚ ਜਾਂਦਾ, ਅੱਛਾ ਇੱਥੇ ਪੈਸੇ ਲੱਗਣੇ ਨੇ ਇੰਨੇ ਫਾਲਤੂ, ਉਹ ਕਹਿੰਦਾ ਲਓ ਜੀ, ਕਿਉਂਕਿ ਉਹਦੇ ਦਿਮਾਗ 'ਚ ਵੀਜ਼ਾ ਚੱਲਦਾ ਪਿਆ, ਉਹਦੇ ਦਿਮਾਗ 'ਚ ਵਾਈ ਨਹੀਂ ਚੱਲਦਾ ਪਿਆ ਕਿਉਂ ਪੈਸੇ ਐਕਸਟਰਾ ਲੈਂਦੇ ਪਏ ਨੇ ਜਾਂ ਕਿਉਂ ਐਕਸਟਰਾ ਖਰਚਾ ਕਰਾਇਆ ਜਾ ਰਿਹਾ। ਉਹ ਕਹਿੰਦਾ ਵੀਜ਼ੇ ਵਾਸਤੇ ਨਾ ਇੱਕ ਵਾਰ ਵੀਜ਼ਾ ਆ ਜਾਏ ਸਭ ਖਰੇ ਹੈ। ਇੱਕ ਆਮ ਤੌਰ 'ਤੇ ਸੁਣਨ ਨੂੰ ਆਉਂਦਾ ਇਹਨੂੰ ਇੰਨੇ ਪੈਸੇ ਦੇ ਦਿਓ ਜੀ ਫੰਡ ਵਾਸਤੇ, ਇਹਨੂੰ ਇੰਨੇ ਪੈਸੇ ਦੇ ਦਿਓ ਮੈਡੀਕਲ ਵਾਸਤੇ, ਬਲਾ ਬਲਾ ਬਲਾ। ਹਰੇਕ ਫੈਕਟਰ 'ਤੇ ਬੱਚਾ ਸਿਰਫ ਇੱਕੋ ਜ਼ੀਲ ਦੇ ਨਾਲ ਆਪਣੇ ਦਿਮਾਗ 'ਚ ਆਪਰੇਟ ਕਰਦਾ, ਅਤੇ ਜਦ ਉਹ ਯੂਨੀਵਰਸਿਟੀ ਦਾ ਇੰਟਰਵਿਊ ਦੇਣ ਜਾਂਦਾ ਨਾ, ਉਹ ਡਰ ਜਾਂਦਾ। ਉਹ ਬਹੁਤ ਡਰਿਆ ਹੁੰਦਾ। ਕਿਉਂ ਡਰਿਆ ਹੁੰਦਾ? ਕਿਉਂਕਿ ਉਹਦੇ ਦਿਮਾਗ ਚੱਲਦਾ ਹਾਏ ਜੇ ਮੇਰਾ ਵੀਜ਼ਾ ਨਹੀਂ ਆਇਆ, ਕਿਉਂਕਿ ਉਹ ਵੀਜ਼ੇ ਤੋਂ ਆਪਰੇਟ ਕਰਦਾ। ਵੈਰਐਜ਼ ਯੂਨੀਵਰਸਿਟੀ ਵਾਲਾ ਬੰਦਾ ਕਹਿੰਦਾ ਜੇ ਉਹਦੀ ਸੀਟ ਨੂੰ ਸਮਝ ਕੇ ਦੇਖੀਏ, ਜਿਹੜਾ ਬੱਚਾ ਉਹਦੀ ਯੂਨੀਵਰਸਿਟੀ 'ਚ ਆਉਣਾ ਚਾਹੁੰਦਾ ਉਹਨੇ ਤਾਂ ਸਿੰਪਲ ਇਹੀ ਗੱਲ ਦਾ ਟੈਸਟ ਲੈਣਾ ਕਿ ਤੂੰ ਮੇਰੀ ਯੂਨੀਵਰਸਿਟੀ ਆਉਣ ਲਈ ਦਿਮਾਗੀ ਤੌਰ 'ਤੇ ਫਿੱਟ ਹੈ, ਇਨਫੋਰਮੇਸ਼ਨ ਪੂਰੀ ਲੈ ਲਈ ਹੈ ਕਿ ਨਹੀਂ ਲੈ ਲਈ ਹੈ, ਤੇਰੇ ਕੋਲ ਨੰਬਰ ਹੈਗੇ, ਆਇਲਸ ਹੈਗਾ, ਤੈਨੂੰ ਆਫਰ ਮਿਲ ਗਿਆ। ਆਫਰ ਇੰਟਰਵਿਊ ਨਾਰਮਲੀ ਆਫਰ ਤੋਂ ਬਾਅਦ ਹੁੰਦਾ, ਤਾਂ ਉਹਦੇ ਵਿੱਚ ਕੀ ਤੁਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਮੇਰੀ ਯੂਨੀਵਰਸਿਟੀ ਵਾਸਤੇ, ਤੁਹਾਨੂੰ ਮੇਰੀ ਯੂਨੀਵਰਸਿਟੀ ਦਾ ਖਰਚਾ ਪਤਾ, ਕਿਉਂਕਿ ਉਹਦੀ ਸੀਟ ਦੀ ਡਿਮਾਂਡ ਉਹ ਕਹਿੰਦੀ ਹੈ। ਉਹਦਾ ਇੰਟਰਸਟ GT ਦਾ ਸਿਰਫ ਇੰਨਾ ਹੈ, ਅਤੇ ਸਟੂਡੈਂਟ ਦਾ ਇੰਟਰਸਟ ਹੈ ਜਿਹੜਾ ਹੈ ਵੀਜ਼ਾ। ਦੋਨੋਂ ਮਿਲਦੇ ਹੀ ਨਹੀਂ ਪਏ। ਤਾਂ ਇਮੈਜਿਨ ਕਰੋ ਤੁਸੀਂ ਇੱਕ ਆਪਣੇ ਬੈਸਟ ਫਰੈਂਡ ਨਾਲ ਕਿੰਨੀ ਗੱਲਾਂ ਕਰ ਲੈਂਦੇ ਹੋ ਇੱਕ ਫਰੈਂਡ ਦੇ ਨਾਲ, ਜਾਂ ਅਣਜਾਣ ਬੰਦੇ ਨਾਲ ਗੱਲਾਂ ਹੋ ਜਾਂਦੀਆਂ ਜਾਂ ਤੁਹਾਡੇ ਇੰਟਰਸਟ ਮਿਲ ਜਾਂਦੇ ਨੇ। ਜੇ ਇੰਟਰਸਟ ਨਹੀਂ ਮਿਲਣਗੇ ਤੁਸੀਂ 2 ਮਿੰਟ ਗੱਲ ਕਰਕੇ ਚੁੱਪ ਹੋ ਜਾਓਗੇ। ਇਹੀ ਹੁੰਦਾ ਹੈ ਜਦ ਇੱਕ ਬੱਚਾ ਅਤੇ ਯੂਨੀਵਰਸਿਟੀ ਵਾਲਾ ਗੱਲ ਕਰਦਾ, ਉਹਦਾ ਇੰਟਰਸਟ ਹੈ ਤੁਹਾਡੀ ਜੈਨੂਇਨਟੀ ਚੈੱਕ ਕਰਨਾ, ਤੁਹਾਡਾ ਇੰਟਰਸਟ ਹੈ ਵੀਜ਼ਾ। ਹੁਣ ਹਾਈ ਟਾਈਮ ਹੈ ਉਹਨੂੰ ਰਿਪਲੇਸ ਕਰ ਦਿੱਤਾ ਜਾਵੇ ਅਗਲੇ ਦੇ ਨਾਲ, ਕਿਉਂਕਿ ਜੇ ਤੁਹਾਡਾ ਵੀਜ਼ਾ ਨਹੀਂ ਲੱਗਿਆ, ਏਜੰਟ ਨੇ ਆਪਣੇ 20-30 ਹਜ਼ਾਰ ਰੁਪਏ ਜਾਂ ਬਹੁਤ ਸਾਰੇ ਪੈਸੇ ਕਮਾ ਲੈਣੇ ਹੈ, ਯੂਨੀਵਰਸਿਟੀ ਕੋਲ ਬੱਚਿਆਂ ਦੀ ਘਾਟ ਨਹੀਂ ਹੈਗੀ, ਉਹਨਾਂ ਨੇ ਰਿਫੰਡ ਪਾ ਦੇਣਾ, ਅਤੇ ਤੁਸੀਂ ਆਪਣਾ ਇੱਕ ਸੌਰੀ ਫੇਸ ਲੈ ਕੇ ਚੱਲ ਯਾਰ ਹੁਣ ਹੋਰ ਕੰਟਰੀ ਕਰੀਏ। ਦੈਟ ਇਜ਼ ਓਨਲੀ ਆਪਸ਼ਨ ਜਿਹੜਾ ਸਟੂਡੈਂਟ ਲੈ ਕੇ ਆਉਂਦਾ। ਉਹ ਸ਼ੁਰੂਆਤ ਕਿਉਂ ਹੁੰਦੀ ਹੈ? ਕਿਉਂਕਿ ਵੀਜ਼ੇ ਤੋਂ ਸ਼ੁਰੂਆਤ ਹੈ ਸੋਚਣ ਦੀ, ਬਾਹਰ ਜਾਣ ਦੀ। ਕਿਵੇਂ ਕਰਾਂਗਾ, ਕਾਮਯਾਬ ਹੋਵਾਂਗਾ ਜਾਂ ਕਿਵੇਂ ਪੜ੍ਹਾਈ 'ਚ ਅੱਗੇ ਨਿਕਲਣਾ, ਇਹ ਕਿਤੇ ਡਿਸਕਸ਼ਨ ਨਹੀਂ ਹੁੰਦਾ। ਹੈਰਾਨੀ ਦੀ ਗੱਲ ਇੱਕ ਦੱਸਾਂ, ਇੱਕ ਬੱਚੇ ਨੂੰ 50% ਸਕੋਲਰਸ਼ਿਪ ਮਿਲਿਆ, ਉਹ ਆਪਣੇ ਚਾਅ ਦੇ ਵਿੱਚ ਨਾ ਪੂਰੀ ਫੀਸ ਹੀ ਭਰਾ ਬੈਠਾ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੇਰੇ ਸਕੋਲਰਸ਼ਿਪ ਲੱਗੀ ਹੋਈ ਹੈ, ਮੈਂ ਤਾਂ ਇੰਨੀ ਜਲਦੀ ਕਰਨਾ ਚਾਹੁੰਦਾ ਵੀਜ਼ੇ ਵਾਸਤੇ। ਹੁਣ ਆਪਣਾ ਆਫਰ ਲੈਟਰ ਨਾ ਪੜ੍ਹਨਾ ਜਿੱਥੇ 50% ਫੀਸ ਬਚਦੀ ਹੋਵੇ, ਵੀ ਕਿੱਡੀ ਕੁ ਵੱਡੀ ਸਮਝਦਾਰੀ ਦੀ ਗੱਲ ਹੈ। ਜਾਂ ਤੁਸੀਂ ਉਹਨੂੰ ਆਪਣੇ ਕੇਸ ਨੂੰ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਲਿੱਤੀ ਹੈਗੀ ਹੈ। ਤਾਂ ਅੱਜ ਹਾਈ ਟਾਈਮ ਹੈ ਜੇ ਸਟੂਡੈਂਟ ਨੇ ਉਸ ਲਾਸ ਤੋਂ ਬਾਹਰ ਆਉਣਾ ਹੈ ਜਾਂ ਓਨਲੀ ਸਫਰਰ ਤੋਂ ਬਾਹਰ ਆਉਣਾ ਹੈ, ਤਾਂ ਉਹਨੂੰ ਆਪਣਾ ਕਾਗਜ਼ ਪੜ੍ਹਨੇ ਪੈਣੇ ਹੈ ਐਂਡ ਆਪਣੇ ਆਪ ਨੂੰ ਥੋੜ੍ਹਾ ਜਿਹਾ ਅਪਲਿਫਟ ਕਰਨਾ ਪੈਣਾ ਚੀਜ਼ਾਂ ਤੇ ਪ੍ਰੋਸੈਸ ਨੂੰ ਜਾਣਕਾਰੀ ਵਾਸਤੇ। ਜੀ ਬਿਲਕੁਲ, ਤੇ ਪ੍ਰੋਸੈਸ ਦੀ ਜਿੱਥੇ ਗੱਲ ਹੈ, ਹੁਣ ਇਹਨਾਂ ਚੇਂਜਸ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਪੂਰੇ ਪ੍ਰੋਸੈਸ ਦੇ ਵੀ ਤੁਸੀਂ ਮਾਈਂਡਸੈਟ ਤਾਂ ਜ਼ਰੂਰ ਦੱਸਿਆ ਕਿ ਸਟੂਡੈਂਟ ਸਿਰਫ ਵੀਜ਼ਾ ਬਾਰੇ ਸੋਚਦਾ ਹੈ, ਤੇ ਇੱਥੇ ਸਟੂਡੈਂਟਸ ਨੂੰ ਕਿਹੜੀ ਚੀਜ਼ਾਂ ਵੱਲ ਹੁਣ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ? ਕਿਉਂਕਿ ਕੋਰਸ ਸਿਲੈਕਸ਼ਨ ਕਿਤੇ ਨਾ ਕਿਤੇ ਪਹਿਲਾਂ ਵੀ ਬਹੁਤ ਇੰਪੋਰਟੈਂਟ ਸੀ, ਹੁਣ ਤਾਂ ਹੋਰ ਜ਼ਿਆਦਾ ਇੰਪੋਰਟੈਂਟ ਜ਼ਰੂਰ ਹੋ ਗਈ ਹੈ। ਉਸ 'ਤੇ ਵੀ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰੋ, ਕਿਉਂਕਿ ਸਕਿੱਲਸ ਨੂੰ ਇੰਪਰੂਵ ਕਰਨ ਦੇ ਲਈ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਕੋਰਸਿਸ ਦੀ ਸਿਲੈਕਸ਼ਨ ਹੁਣ ਕਰਨੀ ਚਾਹੀਦੀ ਹੈ? ਦੇਖੋ, ਕੋਰਸਿਸ ਸਿਲੈਕਸ਼ਨ ਤਾਂ ਬੇਸਿਕਲੀ ਜੇ ਅੱਜ ਤੁਸੀਂ ਫੇਸਬੁੱਕ 'ਤੇ ਹੈਗੇ ਹੋ ਜਾਂ ਲਿੰਕਡਇਨ 'ਤੇ ਹੈਗੇ ਹੋ, ਉੱਥੇ ਬਹੁਤ ਸਾਰੇ ਇਹੋ ਜਿਹੇ ਆਰਟੀਕਲ ਆਏ ਹੋਏ ਨੇ ਜਾਂ ਵੱਡੇ ਕਰੀਅਰ ਪਰਸਪੈਕਟਿਵ ਲੋਕਾਂ ਨੇ ਭਵਿੱਖਬਾਣੀਆਂ ਕੀਤੀਆਂ ਵੀ 2030 ਦੇ ਵਿੱਚ ਜਿਹੜੀ ਨੌਕਰੀਆਂ ਹੋਣਗੀਆਂ ਉਹ ਅੱਜ ਸਾਨੂੰ 80% ਨਹੀਂ ਪਤਾ ਕੀ ਹੋਣਗੀਆਂ, ਨਵੀਂ ਨੌਕਰੀਆਂ ਬਣਨਗੀਆਂ। ਦੈਟ ਮੀਨ ਉਹਦੀ ਪੜ੍ਹਾਈ ਅਸੀਂ ਅੱਜ ਕਰ ਹੀ ਨਹੀਂ ਸਕਦੇ। ਉਹਦੇ ਲਈ ਸਟੂਡੈਂਟ ਨੂੰ ਆਪਣੇ ਫੋਨ ਟੈਕਨੋਲੋਜੀ ਨੂੰ ਇੱਕ ਨਵਾਂ ਰੁਖ ਦੇਣਾ ਪਏਗਾ, ਅਪਣਾਉਣਾ ਪਏਗਾ ਵੀ ਓਕੇ ਫਿਊਚਰ 'ਚ ਕੀ ਹੋਣ ਵਾਲਾ ਹੈ। ਆਸਟ੍ਰੇਲੀਆ ਦੇ ਯੂਨੀਵਰਸਿਟੀ ਸਪੈਸੀਫਿਕਲੀ ਮੈਂ ਗੱਲ ਕਰਾਂ, ਉਹ ਬੜੀ ਤੇਜ਼ੀ ਦੇ ਨਾਲ ਆਪਣਾ ਕਰਿਕੂਲਮ ਚੇਂਜ ਕਰਦੀਆਂ ਨੇ ਆਉਣ ਵਾਲੇ ਵਕਤ ਨੂੰ ਦੇਖ ਕੇ। ਮੈਂ ਇੱਕ ਸ਼ੋਅ ਦੇ ਵਿੱਚ ਇੱਥੇ ਇਸੇ ਪਲੇਟਫਾਰਮ 'ਚ ਸਾਂਝਾ ਕੀਤਾ ਸੀ। ਇੱਕ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਨੇ ਚੈਟ GPT ਨੂੰ ਦੇਖਦੇ ਹੋਏ, ਜਿਵੇਂ ਦਸੰਬਰ 'ਚ ਲਾਂਚ ਹੋਇਆ, ਆਪਣੇ ਸਬਜੈਕਟਾਂ ਦੇ ਵਿੱਚ ਚੇਂਜ ਕਰਤਾ, ਉਹਨੂੰ ਪੜ੍ਹਾਉਣਾ ਸ਼ੁਰੂ ਕਰਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਨੈਕਸਟ ਲੈਵਲ ਦੇ ਉੱਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਚੈਟ GPT ਇਹੋ ਜਿਹਾ ਮਕੈਨਿਜ਼ਮ ਹੈ ਜਿੱਥੇ ਤੁਹਾਨੂੰ ਕੁਛ ਰੱਟਣ ਦੀ ਲੋੜ ਨਹੀਂ ਪਈ, ਟਾਈਪ ਕਰੋ ਤੁਹਾਨੂੰ ਉਹ ਜਵਾਬ ਹੀ ਦੇ ਦੇਗਾ। ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਕੀ ਹੈ? ਜੋ ਤੁਸੀਂ ਗੂਗਲ ਕਰ ਸਕਦੇ ਹੋ ਉਹ ਤੁਹਾਨੂੰ ਕਿਉਂ ਪੜ੍ਹਾਈਏ? ਉਹ ਤਾਂ ਤੁਸੀਂ ਗੂਗਲ ਕਰ ਹੀ ਸਕਦੇ ਹੋ, ਤੁਹਾਨੂੰ ਗੂਗਲ ਨੂੰ ਯੂਜ਼ ਕਿਵੇਂ ਕਰਨਾ ਹੈ ਉਹ ਪੜ੍ਹਾਈਏ, ਦੈਟ ਵੇਜ਼। ਤਾਂ ਉਹ ਆਸਟ੍ਰੇਲੀਅਨ ਯੂਨੀਵਰਸਿਟੀਜ਼ ਹਮੇਸ਼ਾ ਹੀ ਇਸ ਚੀਜ਼ ਨੂੰ ਲੈ ਕੇ ਅੱਗੇ ਰਹੀਆਂ ਨੇ, ਜਿੱਥੇ ਉਹ ਕਰਿਕੂਲਮ ਮੋਲਡਿੰਗ ਔਰ ਕਰਿਕੂਲਮ ਦਾ ਆਊਟਕਮ ਬੜਾ ਹੀ ਐਡਵਾਂਟੇਜ ਲੈ ਕੇ ਚੱਲਦਾ ਹੈ। ਮੈਂ ਦੁਬਾਰਾ ਕਹਿਣਾ, ਬਾਰ-ਬਾਰ ਕਹਿਣਾ, ਸਟੂਡੈਂਟ ਨੂੰ ਆਪਣੀ ਜ਼ਿੰਮੇਵਾਰੀ ਆਪ ਚੱਕਣੀ ਪਏਗੀ ਆਪਣੀ ਜੌਬ ਪ੍ਰੋਸਪੈਕਟਿਵ ਦੇਖ ਕੇ। ਉਹ ਦਿਨ ਚਲੇ ਜਾਣਗੇ ਜਦ ਤੁਹਾਨੂੰ ਆਟੋਮੈਟਿਕ ਪਹੁੰਚ ਜਾਓਗੇ 3-3 ਸਾਲ ਦੇ ਜਾਂ 2-2 ਸਾਲ ਦੇ ਵੀਜ਼ੇ ਲੈ ਕੇ, ਅੱਗੇ 5-5 ਸਾਲ ਦੇ ਵਰਕ ਪਰਮਿਟ ਵੀ ਮਿਲ ਜਾਣਗੇ, ਬਟ ਤੁਸੀਂ ਦੂਜੇ ਸਾਲ ਜੇ ਇਲੀਗਲ ਹੋ ਜਾਣਾ, ਫਿਰ 7 ਸਾਲ ਦੇ ਲੀਗਲ ਵੀਜ਼ੇ ਦਾ ਫਾਇਦਾ ਕੀ ਹੈ?
Educate yourself to the best of your abilities to be successful in Australia. ਸੋ ਬਹੁਤ ਬਹੁਤ ਥੈਂਕਸ ਸਰ ਕਿ ਆਸਟ੍ਰੇਲੀਆ ਬਾਰੇ ਤੁਸੀਂ ਸਾਰੇ ਚੇਂਜਸ ਨੂੰ ਡਿਟੇਲ ਦੇ ਨਾਲ ਸਟੂਡੈਂਟਸ ਨੂੰ ਸਮਝਾਇਆ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। Thank ਇਸ ਦੇ you. ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਵਰਲਡ ਕਲਾਸ ਐਜੂਕੇਸ਼ਨ ਦੇ ਨਾਲ ਸਟੂਡੈਂਟਸ ਨੂੰ ਦਿੰਦਾ ਹੈ 35% ਤੱਕ ਸਕਾਲਰਸ਼ਿਪ ਅਮਾਉਂਟ, ਜੋ ਤੁਹਾਨੂੰ ਬਚਾਉਂਦਾ ਹੈਗਾ 5 ਲੱਖ ਰੁਪਏ ਮਿਨੀਮਮ ਸਾਲਾਨਾ। ਤਾਂ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਲਈ ESS ਗਲੋਬਲ ਦੀ ਐਕਸਪਰਟ ਟੀਮ ਨੂੰ ਹੁਣੇ ਕੰਟੈਕਟ ਕਰੋ 90419 90419।